ਸੁਣਿਆ ਨਾ। ਹਾਂਜੀ। ਸੁਣਿਆ ਨਾ, ਅਜੇ ਹੋਈ ਨਹੀਂ, ਕੱਲ ਕਰੂਗੀ ਉਹ। ਅੱਛਾ ਕੱਲ ਨੂੰ ਅੱਛਾ ਇੱਕ ਜੀ। ਹੋਰ ਇੰਟਰਵਿਊ ਆ ਗਈ। ਅੱਛਾ ਅੱਛਾ ਜੀ। ਉਹ ਟੀਵੀ ਨੇ ਆਉਣੀ ਹੈ ਭੀਖੀ। ਅੱਛਾ ਜੀ। ਹਾਂ, ਉਹਨੇ 10 ਕੁ ਵਜੇ ਦਾ ਟਾਈਮ ਦਿੱਤਾ ਹੈਗਾ। ਉਹ ਠੀਕ ਹੈ, ਠੀਕ ਹੈ ਜੀ। ਹਮ, ਹਾਂ, ਕਿਉਂਕਿ ਉਹਨਾਂ ਦੇ ਕੰਮ ਥੋੜੀ ਸੌਖੀ ਹੋ ਜਾਂਦੀ ਹੈ। ਇੱਕ ਚੈਨਲ ਵਾਲਾ ਆ ਕੋਈ, ਉਹਨਾਂ ਨੇ ਪਿੰਡ ਜਾ ਕੇ ਵੀ, ਬਲਦੇਵ ਮਾਨ ਦੇ ਪਿੰਡ ਜਾ ਕੇ ਵੀ ਜਿਹੜੀ ਉਹ ਕੀਤੀ ਆ। ਮੈਂ ਅੱਜ ਹਮ ਦੇਖਦਾ ਪਿਆ ਸੀਗਾ। ਹਮ 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 ਤੇ ਉਹ ਮੈਂ ਚਾਹੁੰਦਾ ਸੀਗਾ ਇਹ ਵੀ ਇੱਕ ਦੂਜੇ ਤੇ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਇਹ ਸਫਾਈਆਂ ਦੇਣ, ਅਸੀਂ ਉੱਧਰੋਂ ਦੋਸ਼ ਲਾਈਏ, ਇਹ ਇੱਧਰੋਂ ਸਫਾਈਆਂ ਦੇਣ, ਉਹਦੇ ਨਾਲ ਚੰਗਾ ਇੱਕ ਵਾਰੀ ਜਿਹੜੀ ਗੱਲਬਾਤ ਹੋ ਜਾਵੇ, ਉਹ ਸਾਰੀ ਗੱਲ ਕਲੀਅਰ ਹੋਈ ਨਹੀਂ। ਮੈਂ ਤਾਂ ਚੈਨਲ ਵਾਲਿਆਂ ਨੂੰ ਵੀ ਫੋਨ ਲਾ ਰਿਹਾ ਸੀ, ਉਹਨਾਂ ਨੇ ਚੱਕਿਆ ਨਹੀਂ। ਮੈਂ ਉਹਨਾਂ ਨੂੰ ਵੀ ਇਹ ਕਹਿਣਾ ਸੀ ਵੀ ਇੱਕ ਵਾਰੀ ਜਿਹੜੇ ਬੰਦੇ ਤੁਸੀਂ ਉੱਥੇ ਬਿਠਾਏ ਆ, ਉਹਨਾਂ ਨਾਲ ਸਾਡੀ ਇੱਕ ਵਾਰੀ ਗੱਲਬਾਤ ਕਰਾ ਦਿਓ। ਉਹ ਆਪਣੇ ਦੱਸ ਦੇਣਗੇ, ਅਸੀਂ ਆਪਣੀ ਦੱਸ ਦਾਂਗੇ ਨਾ। ਹਮ। ਉਹ ਵੀ ਬੀਬੀ ਕੌਣ ਆ, ਮੈਨੂੰ ਐਂ ਦੱਸੋ। ਉਹ ਭਰਾ ਮੇਰਾ, ਮੈਂ ਤੁਹਾਨੂੰ ਉੱਧਰੋਂ ਦੱਸਿਆ ਬੀਬੀ ਬਾਰੇ ਸੱਚਮੁੱਚ ਜਾਣੋ, ਮੈਂ ਨਹੀਂ ਜਾਣਦਾ ਨਾ। ਉਹ ਮੇਰੇ ਚੈਨਲ 'ਤੇ ਆਏ, ਉਹ ਆਈ ਸੀ ਸਕਾਈ ਟੀਵੀ ਦੇ ਉੱਤੇ। ਤੁਹਾਨੂੰ ਉਹਦਾ ਨੰਬਰ ਚਾਹੀਦਾ, ਮੈਂ ਤੁਹਾਨੂੰ ਸਕਾਈ ਟੀਵੀ ਦਾ ਦੇ ਦਿੰਦਾ ਲੱਭ ਕੇ। ਹਾਂ, ਸਕਾਈ ਟੀਵੀ ਦਾ ਨੰਬਰ ਦੇ ਦਿਓ। ਹਾਂ, ਬਸ ਸਕਾਈ ਟੀਵੀ ਦਾ ਤੁਸੀਂ ਨੈੱਟ 'ਤੇ ਕਰ ਲਓ, ਸਰਚ ਲੱਭ ਕਿਉਂਕਿ ਜਾਣਾ। ਜਿਹੜੇ ਬੰਦੇ ਦੀ ਪਛਾਣ ਗੁਪਤ ਹੈਗੀ, ਜਿਹਦੇ ਬਾਰੇ ਕੁਛ ਨੀ ਪਤਾ, ਨਾ ਹਾਂਜੀ ਉਹ ਆਪਦੇ ਬਾਰੇ ਕੁਛ ਦੱਸਦੀ ਹੈ, ਉਹ ਹਾਂਜੀ ਪੂਰੇ ਬੇਟਵੇ ਦੋਸ਼ ਲਾ ਰਹੀ ਹੈਗੀ, ਹਨਾ। ਜੀ 35 ਸਾਲਾਂ ਚ ਹੁਣ ਕਿਵੇਂ ਦੋਸ਼ ਸਾਹਮਣੇ ਆ ਗਏ। ਜੀ। ਹਮ ਹਮ ਨਹੀਂ, ਮੇਰੇ ਖਿਆਲ ਉਹਦਾ ਬੀਬੀ ਦਾ ਨੰਬਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਆ ਵੀ ਤੁਸੀਂ ਜੇ ਸ਼੍ਰੋਮਣੀ ਕਮੇਟੀ ਨਾਲ ਵੀ ਗੱਲ ਕਰੋ, ਉਹਨਾਂ ਕੋਲ ਵੀ ਮਿਲ ਸਕਦਾ ਆ। ਕਿਉਂਕਿ ਮੈਂ ਅੱਗੇ ਵੀ ਇਹਨਾਂ ਦੀ ਇੱਕ ਦੋ ਇੰਟਰਵਿਊ ਸੁਣੀਆਂ ਹੋਈਆਂ ਨੇ। ਉਹ ਕੋਈ ਇੰਨਾ ਗੁਪਤ ਚਿਹਰਾ ਨਹੀਂ ਉੱਦਾਂ ਹੈਗਾ। ਤੇ ਜੇ ਆਪਾਂ ਕਹੀਏ ਬਹੁਤ ਹਮ ਗੁਪਤ ਤੌਰ ਤੇ ਵਿਚਰਦੀ ਹੈ, ਨਹੀਂ ਜੇ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਚਾਹੋ, ਤੁਹਾਨੂੰ ਉਹ ਤੋਂ ਵੀ ਮਿਲ ਜਾਣਾ। ਤੇ ਨਹੀਂ ਤਾਂ ਸਕਾਈ ਟੀਵੀ ਵਾਲਿਆਂ ਦੀ ਕੋਈ ਅਸਲ ਚ ਪਾਪੂ ਦਾ ਲੀਡਰ ਵੀ ਨੀ ਗਾ ਨਾ। ਨਹੀਂ, ਜੇ ਨਾ ਉਹ ਤੁਸੀਂ ਇੱਕ ਤਾਂ ਕੰਮ ਆਪ ਕਰੋ, ਦਾ ਕੋਈ ਉਹਨਾਂ ਨੇ ਮੈਨੇਜ ਕਰਕੇ ਬਿਠਾਈ ਹੋਈ ਹੈ। ਜੇ ਤੁਸੀਂ ਨਾ ਇੱਕ ਕੰਮ ਕਰੋ, ਸਕਾਈ ਟੀਵੀ ਨੂੰ ਕਾਲ ਕਰੋ ਤੇ ਉਹਨਾਂ ਨੂੰ ਹਾਂਜੀ ਕਹੋ ਵੀ ਭਾਈ ਤੁਸੀਂ ਇੱਦਾਂ ਦਾ ਕਰਕੇ ਵੀ ਬੀਬੀ ਨੂੰ ਲੈ ਕੇ ਆਉਂਦੇ ਸੀ, ਤੇ ਅਸੀਂ ਉਹਦੇ ਨਾਲ ਲਾਈਵ ਡਿਬੇਟ ਕਰਨ ਨੂੰ ਤਿਆਰ ਹਾਂ। ਹਮ ਤੇ ਉਹ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਏਗੀ ਇਸ ਗੱਲ ਦੀ। ਹਮ ਕਿਉਂਕਿ ਦੇਖੋ, ਇੱਕ ਗੱਲ ਹੁੰਦੀ ਹੈ, ਹੁਣ ਮੈਂ ਆਪਣੇ ਚੈਨਲ ਤੇ ਕਿਸੇ ਨੂੰ ਲੈ ਕੇ ਆਉਣਾ, ਮੰਨ ਲਓ ਮੈਂ ਤੁਹਾਨੂੰ ਹੀ ਲੈ ਕੇ ਆਇਆ, ਹਮ ਮੈਂ ਕੋਈ ਗੱਲ ਕਰ ਰਿਹਾ, ਉਹਦੀ ਜ਼ਿੰਮੇਵਾਰੀ ਮੇਰੀ ਬਣੇਗੀ ਫਿਰ, ਹਨਾ। ਹਮ ਹਾਂ, ਚੱਲਦੇ ਪ੍ਰੋਗਰਾਮ 'ਚ ਕਿਸੇ ਦੀ ਕਾਲ ਆ ਗਈ ਜਾਂ ਕੋਈ ਬੋਲ ਗਿਆ, ਉਹਦਾ ਹਜੇ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਕਿਹੜੇ ਬੰਦੇ ਨੇ ਕਾਲ ਕੀਤੀ, ਕਿਹੜੇ ਨਹੀਂ। ਪਰ ਜਿਹਨੂੰ ਅਸੀਂ ਇੱਕ ਚਿਹਰੇ ਦੇ ਤੌਰ ਤੇ ਲੈ ਕੇ, ਉਹਦੀ ਜ਼ਿੰਮੇਵਾਰੀ ਤੇ ਸਾਡੀ ਬਣਨੀ ਬਣਨੀ ਹੈ ਨਾ। ਹਮ ਹਾਂ, ਮੈਂ ਹੁਣ ਦੇਖੋ, ਜਿੱਦਾਂ ਹੁਣ ਉਹਨਾਂ ਨੇ ਇੰਟਰਵਿਊ ਕੀਤੀ, ਮੈਨੂੰ ਟੀਵੀ ਦਾ ਨਾਂ, ਚੈਨਲ ਦਾ ਨਾਂ ਭੁੱਲ ਗਿਆ। ਤੁਸੀਂ ਦੇਖੀ ਹੋਣੀ ਜਿਹੜੀ ਅੱਜ ਉਹ ਪਾਈ ਆ, ਸੋਨੀਆ ਮਾਨ ਨੇ ਵੀ ਪਾਈ ਆ ਆਪਣੀ ਫੇਸਬੁੱਕ ਤੋਂ। ਉਹਨਾਂ ਦੇ ਪਿੰਡ ਆਣ ਕੇ ਜਿਹੜਾ ਬਲਦੇਵ ਮਾਨ ਦੇ ਬਾਰੇ ਕੁਸ਼ਚਨ ਕਰ ਰਹੇ ਤੇ ਉੱਥੇ ਬੰਦੇ ਬੋਲ ਰਹੇ, ਹਨਾ। ਹਾਂ, ਉਹ ਜਾਣਦਾ, ਮੈਂ ਨਾਲ ਹੀ ਕੰਮ ਕਰਦੇ ਰਹੇ ਨੇ ਵਿਦਿਆਰਥੀ ਹਾਂ ਲਹਿਰ ਚ। ਹਾਂ, ਮੈਨੂੰ ਪਤਾ ਉਹ ਸਾਰਿਆਂ ਦੇ, ਉਹ ਮੈਨੂੰ ਪਤਾ ਉਹਨਾਂ ਵਿੱਚੋਂ ਜਿਹੜੇ ਹੈਗੇ ਆ ਤਕਰੀਬਨ ਜ਼ਿਆਦਾਤਰ ਉਹ ਕਰਨ ਇਸੇ ਕਰਨ ਦੇ ਕਾਮਰੇਡੀ ਕੀ ਹੋ ਰਹੇ ਸੋਚ ਵਾਲੇ ਨੇਗੇ। ਹੀ ਆ। ਮੈਨੂੰ ਵੀ ਪਤਾ ਆ, ਉਹ ਕਰਮੇ ਹੋਣੀ ਸਾਰੇ ਜਾਣੇ ਆ, ਉਹ ਹੈਗੇ ਆ। ਉਹਦੇ ਤੁਹਾਡੀ ਕਿਤਾਬ ਦੇ ਵਿੱਚ ਇੱਕ ਦਾ ਲੇਖ ਵੀ ਛਪਿਆ ਹੋਇਆ ਆ, ਉਹ ਵੀ ਵਿੱਚ ਬੈਠਾ ਆ। ਹਮ ਤੇ ਉਹ ਸਾਰੇ ਜਿਹੜੇ ਹੈਗੇ ਇੱਕ ਸੋਚਦੇ ਨੇ। ਤੇ ਮੈਂ ਹੁਣ ਉਹ ਤੁਹਾਨੂੰ ਨਾ ਉਹਦਾ ਫੋਨ ਕੇ ਤੁਹਾਨੂੰ ਕੀਤਾ, ਨਾ ਉਹਦਾ ਮੈਂ ਫੋਨ ਕੋਈ ਸੋਨੀਆ ਮਾਨ ਨੂੰ ਕਰਨਾ। ਮੈਂ ਉਹ ਚੈਨਲ ਵਾਲਿਆਂ ਨੂੰ ਫੋਨ ਕਰ ਰਿਹਾ ਵੀ ਭਾਈ ਤੁਸੀਂ ਜਿਹੜੀ ਇੰਟਰਵਿਊ ਕੀਤੀ ਹੈ, ਤੁਹਾਡੀ ਉਹ ਇੰਟਰਵਿਊ ਦੇ ਵਿੱਚ ਤੁਸੀਂ ਸਟਾਰਟਿੰਗ 'ਚ ਝੂਠ ਬੋਲ ਰਹੇ ਹੋ, ਤੇ ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕਰੋ। ਤੇ ਕਿਉਂਕਿ ਹਮ ਉਹਦੀ ਜ਼ਿੰਮੇਵਾਰੀ ਨਾ ਤੁਹਾਡੀ ਬਣਨੀ, ਨਾ ਸੋਨੀਆ ਮਾਨ ਦੀ ਬਣਨੀ। ਉਹਦੀ ਜ਼ਿੰਮੇਵਾਰੀ ਉਹ ਚੈਨਲ ਵਾਲੇ ਦੀ ਬਣਨੀ, ਜਿਹੜਾ ਬੰਦਾ ਕਹਿ ਰਿਹਾ ਵੀ ਮੈਂ ਅਨਾਊਂਸਮੈਂਟ ਕੀਤੀ, ਤਾਂ ਅਨਾਊਂਸਮੈਂਟ ਕਰਕੇ ਮੈਂ ਜਿਹੜੇ ਉਹ ਪਿੰਡ ਦੇ ਵਿੱਚ ਫੇਰ ਬੰਦੇ ਸੱਦੇ ਆ। ਤੇ ਹਮ ਤੁਸੀਂ ਵੀ ਪਿੰਡ 'ਚ ਰਹੇ ਹੋਏ ਹੋ, ਮੈਂ ਵੀ ਰਿਹਾ ਹੋਇਆ। ਆਪਾਂ ਜਾਣਦੇ ਵੀ ਜਦੋਂ ਕੋਈ ਬੰਦਾ ਅਨਾਊਂਸਮੈਂਟ ਕਰਦਾ ਤੇ ਅੱਧਾ ਪਿੰਡ ਇਕੱਠਾ ਹੋ ਜਾਂਦਾ। ਹਮ ਉੱਥੇ ਸਰ ਮੁੱਖ ਚਿਹਰੇ ਬੈਠੇ ਨੇ ਜਿਹੜੇ ਬਿਲਕੁਲ ਕਾਮਰੇਡ ਨੇ। ਨਹੀਂ ਮੈਂ ਸਿਰਫ ਇਹ ਚਾਹੁੰਦਾ ਹਾਂ ਵੀ ਜਿਹੜੀ ਗੱਲਬਾਤ ਹੋਵੇ, ਹਨਾ, ਉਹ ਇੰਨੀ ਕੁ ਪਾਰਦਰਸ਼ਤਾ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ। ਦੋਨੇ ਤਰ੍ਹਾਂ ਬੈਠੀਆਂ ਹੁਣ ਗੱਲਬਾਤ ਕਰਾ ਦਿਓ, ਤੇ ਜਾਂ ਫਿਰ ਇਹ ਜਿਹੜੇ ਪੰਨੇ ਆ ਇਹਨਾਂ ਨੂੰ ਛੇੜੋ ਹੀ ਨਾ। ਤੇ ਜੇ ਛੇੜਨਾ, ਫਿਰ ਪਾਰਦਰਸ਼ਤਾ ਨਾਲ ਛੇੜੋ। ਨਹੀਂ, ਉੱਥੇ ਸਾਬਕਾ ਸਰਪੰਚ ਬੈਠਾ, ਉੱਥੇ ਮੌਜੂਦਾ ਸਰਪੰਚ ਬੈਠਾ। ਉਹ ਉਹ ਮੌਜੂਦਾ ਦੋਨੇ ਜਾਣੀਆਂ ਸਰਪੰਚ ਦਾ ਕਾਮੇਡ ਭਾਈ ਨੇ। ਸਾਹਿਬ ਤੁਹਾਨੂੰ ਮੇਰੇ ਨਾਲ ਵਧੀਆ ਪਤਾ ਯਾਰ, ਇਹ ਇੰਨੀ ਤਾਂ ਸੱਚਾਈ ਤੁਸੀਂ ਵੀ ਰੱਖੋ ਨਾ, ਵੀ ਤੁਹਾਨੂੰ ਪਤਾ ਵੀ ਉਹ ਕੈਸ ਸੋਚ ਵਾਲਾ ਹੈਗਾ ਆ, ਕੈਸ ਧੜੇ ਦਾ ਹੈਗਾ ਆ। ਕਰਮਾ ਤੇ ਪਰਮਾ, ਇਹੋ ਹੀ ਕਰਮਾਂ ਸੋ ਆ ਜਿਹੜਾ ਕਰਮਾ ਤੇ ਪਰਮਾ ਦੋ ਭਰਾ ਸੀ। ਤੇ ਕਹਿੰਦੇ ਸੀ ਹਮ ਪਰਮੇ ਨੇ ਜਿਹੜੀ ਆ ਉਹ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ ਉਹਦਾ ਵੀ ਹਜੇ ਜਿਹੜਾ ਭੇਦ ਬਣਿਆ ਹੋਇਆ ਵੀ ਖੁਦਕੁਸ਼ੀ ਕੀਤੀ ਕਿਉਂ ਸੀ। ਹਮ ਇਹ ਹੈਗਾ ਤਾਂ ਉਹੀ ਆ, ਤਾਂ ਤੁਹਾਨੂੰ ਵੀ ਪਤਾ ਹੀ ਇਹਦੇ ਬਾਰੇ। ਤੇ ਇੱਕ ਦਾ ਲੇਖ ਤਾਂ ਤੁਹਾਡੀ ਕਿਤਾਬ 'ਚ ਛਪਿਆ ਹੋਇਆ, ਉਹਨੂੰ ਹੁਣ ਆਪਾਂ ਸਿੱਖ ਕਿੱਦਾਂ ਕਹਿ ਦਾਂਗੇ। ਉਹ ਬਿਲਕੁਲ ਬਲਦੇਵ ਮਾਨ ਦੇ ਨਾਲ ਰਿਹਾ ਹੈ, ਜਿਹੜਾ ਕਹਿੰਦਾ ਸੀ ਵੀ ਉਦੋਂ ਕਿਹੜਾ ਸਮਗਲਰ ਸੀ, ਉਹਦੀ ਜੇਬ 'ਚ ਅਸੀਂ 2500 ਰੁਪਈਆ ਕੱਢਿਆ ਸੀ। ਦੋ ਹਮ ਉਂਗਲਾਂ ਪਾ ਕੇ ਨਹੀਂ 2500 ਰੁਪਈਆ ਕੱਢ ਲਿਆ ਸੀ। ਤੁਹਾਡੇ ਕਿਤਾਬ ਹਮ ਦੇ 64 ਨੰਬਰ ਪੇਜ ਤੇ ਆ ਮੇਰੇ ਖਿਆਲ ਨਾਲ ਸਟੋਰੀ ਤੁਸੀਂ ਛਾਪੀ ਹੋਈ ਆ। ਹਮ
ਹਾਂ, ਉਹ ਬੰਦਾ ਜਿਹੜਾ ਹੈਗਾ ਉਹ ਸਾਰੇ ਤੁਸੀਂ ਆਪ ਗੌਰ ਕਰਕੇ ਦੇਖਿਓ, ਸਾਰੇ ਬੰਦੇ ਇੱਕੋ ਸੋਚ ਵਾਲੇ ਬੈਠੇ ਆ। ਹੂੰ। ਤੇ ਜੇ ਅਨਾਉਂਸਮੈਂਟ ਕਰਾਈ ਜਾਵੇ ਫੇਰ ਇੱਕੋ ਸੋਚ ਵਾਲੇ ਬੰਦੇ ਨਹੀਂ ਆਉਂਦੇ। ਨਹੀਂ, ਅਨਾਉਂਸਮੈਂਟ ਤਾਂ ਹੋਈ ਹੈ। ਨਹੀਂ, ਪਰ ਫਿਰ ਬੰਦਾ ਹੋਰ ਕੋਈ ਇੰਨੇ ਬੰਦੇ ਆਏ ਬਸ ਜਿਹੜੇ ਮੇਨ ਪਤਵੰਤੇ ਨੇ। ਤੁਸੀਂ ਦੇਖੋ 10 ਕੁ 40-50 ਬੰਦੇ ਬੰਦੇ ਮਹੀਂ ਆ ਉੱਥੇ ਬੈਠੇ, 10 ਨਾ 40-50 ਹੋਣਗੇ ਬੰਦੇ ਆ 12 ਹੋ ਜਾਣਗੇ। ਜਾਣਗੇ। ਨਹੀਂ, 40-50 ਬੰਦੇ ਨੇ ਜੀ। ਤੁਸੀਂ ਮਾੜੇ ਦੇਖ ਲਓ ਮਾਰੇ, ਜਿੰਨੇ ਕਿ ਕੈਮਰੇ ਨੇ ਕਵਰ ਕੀਤੇ ਹੋਏ ਤਾਂ ਉਹਨਾਂ ਦੀ ਗੱਲ ਨਹੀਂ ਕਰਦਾ। ਪਰ ਉਹਨਾਂ ਚ ਤੁਸੀਂ ਕੀ ਦੇਖੋ, ਤੇ ਅਸੀਂ ਦੇਣ ਲੱਗੇ ਹੋਏ ਹੋਵੇ। ਨਹੀਂ, ਜਿਹੜਾ ਕਰਮ ਸਿਉਂ ਸੀ ਨਾ, ਮੈਂ ਤੁਹਾਨੂੰ ਦੱਸਦਾ, ਜਿਹੜਾ ਕਰਮ ਆ ਉਹ ਵੀ ਕਾਮਰੇਡ ਆ, ਜਿਹਦਾ ਲੇਖ ਛਪਿਆ ਉਹ ਵੀ ਕਾਮਰੇਡ ਆ। ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਹੈ ਨਾ ਉਹ ਕਾਮਰੇਡ ਆ। ਤੁਸੀਂ ਸੱਚ ਕਰਕੇ ਜਾਣਿਓ ਭਾਈ ਸਾਹਿਬ, ਮੈਨੂੰ ਪਤਾ ਆ ਤੁਸੀਂ ਸ਼ਾਇਦ ਮੈਨੂੰ ਸੋਚਦੇ ਹੋਵੋਗੇ ਕਿ ਮੈਂ ਇੰਟਰਵਿਊ ਛਾਪੀ ਹੈ ਮੈਂ ਉਹਦੇ ਵਿੱਚ। ਹਾਂ, ਮੈਂ ਤੁਹਾਨੂੰ ਦੱਸਦਾ, ਤੁਸੀਂ ਸ਼ਾਇਦ ਮੈਨੂੰ ਸੋਚ ਰਹੇ ਹੋ ਕਿ ਮੈਂ ਕੋਈ ਵਿਰੋਧੀ ਵਿਚਾਰਧਾਰਾ ਵਾਲਾ ਜਾਂ ਕੋਈ ਇੱਦਾਂ ਉੱਦਾਂ। ਬਿਲਕੁਲ ਮੈਂ ਸਿੱਖੀ ਸਿਧਾਂਤਾਂ ਦੇ ਜਿਹੜੇ ਉਹਨਾਂ ਨੂੰ ਫੋਲੋ ਕਰਦਾ ਆ। ਪਰ ਮੈਂ ਇੱਕ ਚੀਜ਼ ਸੱਚੇ ਦਿਲੋਂ ਚਾਹੁੰਦਾ ਆ ਬਈ ਜਿਹੜੀ ਵੀ ਗੱਲਬਾਤ ਕਰਨੀ ਉਹ ਬਹਿ ਕੇ ਇੱਕ ਵਾਰੀ ਹੋ ਜਾਵੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਦੋਂ ਹੋਣਾ। ਉਹ ਕੱਲਾ ਹੀ ਮੈਂ ਹੁਣ ਜਿੰਨੀ ਮਰਜ਼ੀ ਵੀਡੀਓ ਪਾ ਦਿਆਂ, ਜਿੱਦਣ ਦੀ ਆਪਣੀ ਸੋਨੀਆ ਮਾਨ ਨਾਲ ਚਰਚਾ ਤੁਸੀਂ ਉਦਣ ਹੀ ਤੁਸੀਂ ਚਰਚਾ ਕਰਕੇ ਗਏ। ਮੈਂ ਉਦੋਂ ਬਾਅਦ 'ਚ ਬਲਦੇਵ ਮਾਨ ਦਾ ਜਿਹੜਾ ਸੀ, ਕਿਉਂਕਿ ਦੇਖੋ ਇੱਕ ਵੰਗਾਰ ਮਾਰੀ ਸੀ ਉਹਨੇ ਰਜਿੰਦਰ ਨੇ, ਉਹਦਾ ਜਵਾਬ ਮੈਂ ਉਹਨੂੰ ਦਿੱਤਾ। ਉਸ ਤੋਂ ਬਾਅਦ ਆਪਣੀ ਜਿੰਨੀ ਕੁ ਚਰਚਾ ਹੋਈ ਉਹ ਹੋਈ। ਉਸ ਤੋਂ ਬਾਅਦ ਮੈਂ ਬਲਦੇਵ ਮਾਨ 'ਤੇ ਕੋਈ ਪ੍ਰੋਗਰਾਮ ਨਹੀਂ ਕੀਤਾ। ਸੋਨੀਆ ਮਾਨ ਨੇ ਜਿਹੜੀ ਵੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਇੱਦਾਂ ਕਰਕੇ ਆ ਸਾਡੇ ਬੰਦੇ ਆ। ਮੈਂ ਉੱਥੇ ਵੀ ਇਹ ਗੱਲ ਕਹੀ ਵੀ ਮੈਂ ਚਰਚਾ ਕਰਨ ਨੂੰ ਤਿਆਰ ਹਾਂ। ਜਦੋਂ ਤੁਹਾਡੇ ਨਾਲ ਗੱਲ ਹੋਈ ਮੈਂ ਇਹ ਵੀ ਕਿਹਾ ਮੈਂ ਚਰਚਾ ਕਰਨ ਨੂੰ ਤਿਆਰ ਹਾਂ, ਕਿਉਂਕਿ ਦੋਸ਼ ਲਾਈ ਜਾਣੇ ਕੋਈ ਔਖੀ ਗੱਲ ਨਹੀਂ। ਮੈਂ ਇੱਥੋਂ ਬੈਠਾ ਲਾਈ ਜਾਣਾ, ਤੁਸੀਂ ਇੱਥੇ ਬੈਠਾ ਲਾਈ ਚੱਲੋ, ਦੋਸਤ ਜਿਹਦੇ ਮਰਜ਼ੀ ਲਾ ਦੋ, ਜਿਹੜਾ ਮਰਜ਼ੀ ਜਿੱਤੇ ਮਰਜ਼ੀ ਲਾਈ ਜਾਵੇ। ਅਸੀਂ ਇਹ ਗੱਲ ਕਹਿਣ ਡਏ ਆ ਵੀ ਜਿਹੜੀ ਵੀ ਗੱਲ ਕਰਨੀ ਆਮਣੇ ਸਾਹਮਣੇ ਬਹਿ ਕੇ ਇੱਕ ਵਾਰੀ ਹੋ ਜਾਏ, ਬਾ ਗੱਲ ਨਿਬੜਦੀ ਹੋਈ। ਇੱਕ ਤਾਂ ਲੋਕਾਂ ਨੇ ਦੋਸ਼ ਲਾ ਕੇ ਰਾਮਚੰਦਰ ਤੋਂ ਸੀਤਾ ਕਢਾਤੀ ਸੀ ਘਰੋਂ। ਹਾਂਜੀ, ਲੋਕਾਂ ਨੇ ਦੋਸ਼ ਲਾ ਕੇ ਮੈਂ ਕਿਹਾ ਰਾਮਚੰਦਰ ਤੋਂ ਸੀਤਾ ਘਰੋਂ ਕਢਾਤੀ ਸੀ। ਨਹੀਂ, ਉਹੀ ਗੱਲ ਆ ਨਾ, ਉਹ ਚੀਜ਼ ਦਾ ਕੋਈ ਫਾਇਦਾ ਨਹੀਂ। ਮੈਂ ਉਸ ਇਲਾਕੇ ਦੇ ਵਿੱਚ ਲਗਾਤਾਰ 4 ਸਾਲ ਘੁੰਮਿਆ ਜੀ, ਠੀਕ ਹੈ ਜੀ। ਜੀ, ਮੈਨੂੰ ਇੱਕ ਵੀ ਬੰਦਾ 4 ਸਾਲਾਂ ਚ ਬਲਦੇਵ ਮਾਨ ਦੇ ਖਿਲਾਫ ਬੋਲਣ ਵਾਲਾ ਮਿਲਿਆ ਨਹੀਂ, ਜਦੋਂ ਕਿ ਪਿੰਡਾਂ ਦੀਆਂ ਸੱਤਾਂ 'ਚ ਜਾ ਕੇ ਗੱਲ ਕਰਦਾ ਰਿਹਾ। ਪਰ ਤੁਸੀਂ ਵੀ ਇੱਕ ਹਿਸਾਬ ਕਿਤਾਬ ਲਾ ਲਓ ਵੀ ਆਪਾਂ ਵੀ ਚਲੋ ਜਿਹੜੇ ਹੈਗੇ ਆ, ਮੈਂ ਬਿਲਕੁਲ ਉਹਦੀ ਖਿਲਾਫਤ ਕਰ ਰਿਹਾ ਹਨਾ। ਮੈਂ ਤਦੇ, ਪਰ ਦੇਖੋ ਮੇਰੀ ਹੈ ਨਾ ਇੱਕ ਤਰੀਕਾ ਜ਼ਰੂਰ ਆ। ਮੈਨੂੰ ਨਹੀਂ ਪਤਾ ਤੁਹਾਨੂੰ ਇਹ ਪਸੰਦ ਆਊਗਾ ਕਿ ਨਹੀਂ, ਪਰ ਤੁਸੀਂ ਇੱਕ ਚੀਜ਼ ਇਮਾਨਦਾਰੀ ਨਾਲ ਦੇਖਿਓ। ਮੈਂ ਹਮੇਸ਼ਾ ਇੱਕੋ ਗੱਲ ਕਹੀ ਆ ਵੀ ਭਾਈ ਜਿਹੜੀ ਵੀ ਗੱਲ ਕਰਨੀ ਆ, ਅਸੀਂ ਜੇ ਤੁਹਾਡੇ ਨਾਲ ਗੱਲ ਸੀ, ਆਪਾਂ ਤੁਹਾਡੇ ਨਾਲ ਫੋਨ ਦੇ ਉੱਤੇ ਬਿਲਕੁਲ ਭੈਣਾਂ ਭਰਾਵਾਂ ਵਾਂਗੂ ਗੱਲ ਕੀਤੀ। ਜੇ ਸੋਨੀਆ ਮਾਨ ਨੇ ਗੱਲ ਕੀਤੀ, ਬਿਲਕੁਲ ਭੈਣ ਜਾਂ ਧੀ ਬਣਾ ਕੇ ਕੀਤੀ ਵੀ ਭਾਈ ਆ ਜਾਓ ਆਪਾਂ ਗੱਲ ਕਰ ਲੈਂਦੇ, ਕੋਈ ਗੱਲ ਨਹੀਂ। ਕਿਉਂਕਿ ਜੇ ਆਪਾਂ ਸੱਚਾਈ ਲੱਭਣ ਤੁਰਾਂਗੇ ਨਾ, ਤੇ ਫਿਰ ਉਹ ਤਾਂ ਸੱਚਾਈ ਦਾ ਤਰੀਕਾ ਆਪਾਂ ਨੂੰ ਇਹ ਅਖਤਿਆਰ ਕਰਨਾ ਪਊਗਾ ਵੀ ਭਾਈ ਤੁਸੀਂ ਕਹਿੰਦੇ ਹੋ ਉਹ ਬੰਦਾ ਮਾੜਾ ਸੀ, ਅਸੀਂ ਕਹਿੰਦੇ ਉਹ ਬੰਦਾ ਚੰਗਾ ਸੀ, ਆਓ ਆਪਾਂ ਬਹਿ ਕੇ ਭੈਣਾਂ ਭਰਾਵਾਂ ਵਾਂਗੂ ਗੱਲ ਕਰ ਲੈਂਦੇ। ਪਰਿਵਾਰ ਦੇ ਵਿੱਚ ਵੀ ਕਈ ਵਾਰੀ ਹੋ ਹੀ ਜਾਂਦੀ ਯਾਰ। ਮੈਂ ਕਹਿੰਦਾ ਇੱਕ ਬਲਦੇਵ ਮਾਨ ਦਾ ਲੇਖ ਪਾਇਆ ਹੈਗਾ। ਅੱਛਾ ਜੀ। ਬੂਟਾ ਹੇਠ ਲਤਾੜੀ ਗਈ ਧਰਤੀ। ਅੱਛਾ ਜੀ। ਹਾਂ, ਤੁਸੀਂ ਉਹ ਪੜਿਓ, ਉਦੋਂ ਬਾਅਦ ਤੁਹਾਡਾ ਕਈ ਚੀਜ਼ਾਂ, ਕਨਸੈਪਟ ਕਈ ਚੇਂਜ ਹੋਣਗੇ। ਨਹੀਂ, ਮੈਂ ਪੜ੍ਹ ਲਾਂਗਾ। ਤੁਸੀਂ ਮੈਨੂੰ ਏਦਾਂ ਕਰ ਲਓਗੇ, ਮਾੜਾ ਜਿਹਾ ਭੇਜ ਦੋਗੇ WhatsApp ਤੇ ਵੀ ਇੱਕ ਵਾਰੀ। ਮੈਂ ਤੁਹਾਡੀ ਨਾ ਫੇਸਬੁੱਕ ਰਿਸਰਚ ਕਰ ਰਿਹਾ, ਮੈਨੂੰ ਲੱਭੀ ਨਹੀਂ। ਮੈਂ ਤਦ ਕਰਕੇ ਨਾ ਮੈਂ ਕਰ ਰਿਹਾ, ਸ਼ਾਇਦ ਮੈਂ ਇੰਗਲਿਸ਼ ਦੇ ਵਿੱਚ ਨਾ ਭਰ ਰਿਹਾ ਸੀ, ਤੁਸੀਂ ਪੰਜਾਬੀ 'ਚ ਲਿਖਿਆ ਹੋਊਗਾ ਤਾਂ ਨਹੀਂ ਲੱਭੀ। ਉਹ ਮੈਨੂੰ ਸ਼ੋ ਨਹੀਂ ਹੋਈ ਪ੍ਰੋਫਾਈਲ। ਅੱਛਾ, ਮੇਰੀ ਪ੍ਰੋਫਾਈਲ ਨਹੀਂ ਸ਼ੋ ਹੋਈ? ਹਾਂਜੀ, ਮੈਨੂੰ ਸ਼ੋ ਨਹੀਂ ਹੋਈ, ਤਾਂ ਮੈਂ ਉਹਦਾ ਉੱਥੋਂ ਪੜ੍ਹ ਲੈਣਾ ਸੀਗਾ। ਜੇ ਤੁਸੀਂ ਮੈਨੂੰ ਮਾੜਾ ਜਿਹਾ ਲਿੰਕ ਭੇਜ ਦਿਓ, ਫਿਰ ਨਾਲੇ ਆਪਾਂ ਇੱਕ ਦੂਜੇ ਨਾਲ ਐਡ ਵੀ ਹੋ ਜਾਵਾਂਗੇ ਨਾ। ਯਾਨੀ ਕਿ ਮੇਰਾ ਹਰਪੂਨ ਭਿੱਖੀ ਕਰਕੇ ਹੈ। ਮੈਂ ਹਾਂਜੀ, ਮੈਂ ਇੰਗਲਿਸ਼ 'ਚ ਲਿਖ ਕੇ ਰਿਸਰਚ ਕਰ ਰਿਹਾ, ਮੈਨੂੰ ਲੱਭੀ ਨਹੀਂ। ਹਰਪੂਨ ਭਿੱਖੀ ਤੁਹਾਡਾ ਕਿਹੜੇ ਨਾਂ ਤੇ ਚੱਲਦੀ ਹੈ? ਮੇਰੇ ਨਾਂ ਤੇ ਮਲਕੀਤ ਸਿੰਘ ਨਾਂ ਤੋਂ ਚੱਲ ਰਹੀ ਹੈ ਜੀ। ਮਲਕੀਤ ਸਿੰਘ। ਅੱਛਾ, ਤੁਹਾਡਾ ਏਰੀਆ ਕਿਹੜਾ ਹੈਗਾ? ਹਾਂਜੀ, ਏਰੀਆ ਕਿਹੜਾ ਤੁਹਾਡਾ? ਉਹ ਮਹਾਰਾਜ ਆਪਾਂ ਸ੍ਰਿਸ਼ਟੀ ਦੇ ਉੱਤੇ, ਮਹਾਰਾਜ ਨੇ ਕਿਹਾ, ਕਹਿੰਦਾ ਖਾਲਸਾ ਮੇਰਾ ਸ੍ਰਿਸ਼ਟੀ ਦਾ ਰਾਜਾ ਆ। ਠੀਕ ਹੈ, ਮਹਾਰਾਜ ਨੇ ਸ੍ਰਿਸ਼ਟੀ ਦਾ ਰਾਜਾ ਬਣਾਇਆ ਜੀ। ਤੇ ਜਿਹੜੀ ਗੱਲ ਆ, ਨਹੀਂ ਵੀਰੇ ਦੇਖੋ, ਮੈਂ ਕੋਈ ਵੀ ਗੱਲ ਜਿਹੜੀ ਆ ਹਵਾ 'ਚ ਤੀਰ ਨਹੀਂ ਚਲਾ ਰਿਹਾ। ਮੈਂ ਵੀ ਤੁਹਾਡੇ ਏਰੀਆ ਸਾਰਾ ਜਿਹੜਾ ਹੈਗਾ ਕਿ ਨਹੀਂ, ਇਹਦੇ ਵਿੱਚ ਘੁੰਮ ਕੇ ਸਾਰਾ ਕਵਰ ਕੀਤਾ ਹੋਇਆ ਆ। ਔਰ ਜਿਹੜੀ ਪੁੱਛਿਆ ਵੀ ਤੁਹਾਡਾ ਏਰੀਆ ਕਿਹੜਾ ਹੈਗਾ? ਨਹੀਂ, ਮੈਂ ਵੀ ਤੁਹਾਨੂੰ ਤਦੇ ਕਰਕੇ ਦੱਸਿਆ ਨਾ ਵੀ ਮੈਂ ਸਾਰਾ ਹੀ ਕਵਰ ਕਰਕੇ ਨਾ, ਕਰਨ ਤੋਂ ਬਾਅਦ ਜਿਹੜੀ ਵੀ ਗੱਲ ਕਰਦਾ ਮੈਂ ਤੱਥਾਂ ਦੇ ਆਧਾਰ ਤੋਂ ਬਿਨਾਂ, ਕੋਈ ਵੀ ਗੱਲ ਇੱਕ ਵੀ ਇਦਾਂ ਦੀ ਨਹੀਂ ਹੋਊਗੀ ਜਿਹੜੇ ਤੁਹਾਨੂੰ ਤੱਥਾਂ ਤੋਂ ਬਿਨਾਂ ਮਿਲ ਜਾਵੇ। ਕੋਈ ਵੀ ਐਸੀ ਗੱਲਬਾਤ ਨਹੀਂ ਹੈਗੀ ਆ। ਜਿਹੜੇ ਪਰਿਵਾਰ ਪਿੰਡ ਛੱਡ ਕੇ ਗਏ ਮੇਰੇ ਤੋਂ, ਉਹਨਾਂ ਦੀ ਵੀ ਡਿਟੇਲ ਹੈਗੀ ਆ। ਜਿਹੜੇ ਬੰਦੇ ਪਿੰਡ 'ਚ ਬੈਠੇ ਨੇ ਮੇਰੇ ਤੋਂ, ਉਹਨਾਂ ਦੀ ਡਿਟੇਲ ਵੀ ਹੈਗੀ ਆ। ਕਿਹੜਾ ਬੰਦਾ ਅੱਜ ਸਰਪੰਚ ਬਣ ਕੇ ਘੁੰਮ ਰਿਹਾ ਮੇਰੇ ਤੋਂ, ਉਹਦੀ ਡਿਟੇਲ ਵੀ ਹੈਗੀ ਆ। ਕਿਹੜਾ ਬੰਦਾ ਕੱਲ ਜਿਹੜਾ ਸੀ ਉਹ ਅੱਜ ਗਾਤਰਾ ਪਾ ਕੇ ਘੁੰਮ ਰਿਹਾ ਮੇਰੇ ਤੋਂ, ਉਹਦੀ ਡਿਟੇਲ ਵੀ ਹੈਗੀ ਆ।
ਕਿਹਦੀ ਗੋਲੀ ਨਾਲ ਕਿਹੜਾ ਬੰਦਾ ਮਰਿਆ ਤੇ ਕਿਹੜੇ ਭਰਾ ਨੇ ਇਨਾਮ ਜਿੱਤਿਆ, ਮੇਰੇ ਤੋਂ ਉਹਦੀ ਡਿਟੇਲ ਵੀ ਹੈਗੀ, ਸੱਚ ਕਰਕੇ ਮੈਂ ਤਾਂ ਸਾਰੀਆਂ ਡਿਟੇਲਾਂ ਹੈਗੀਆਂ। ਛੋਟੀ ਡਿਟੇਲ ਕੀ ਹੈਗੀ? ਮੈਂ ਤਾਂ ਦੱਸਿਆ ਵੀ ਤੂੰ ਸਾਰੀਆਂ ਡਿਟੇਲਾਂ ਹੈਗੀਆਂ, ਤੁਹਾਨੂੰ ਪਤਾ ਹੈ ਕਿਹਦੀ ਗੱਲ ਕਰ ਰਿਹਾ, ਵੀ ਕਿਹੜੇ ਬੰਦੇ ਨੇ ਗੋਲੀ ਨਾਲ ਕਿਹੜਾ ਬੰਦਾ ਮਾਰਿਆ ਸੀ, ਉਹਦਾ ਇਨਾਮ ਉਹਦੇ ਭਰਾ ਨੇ ਰੱਖ ਲਿਆ ਸੀ, ਤੇ ਅੱਜ ਉਹ ਬੰਦਾ ਜਿਹੜਾ ਹੈਗਾ ਉਹ ਗਾਤਰਾ ਪਾ ਕੇ ਤੇ ਗੁਰਦੁਆਰੇ 'ਚ ਘੁੰਮ ਰਿਹਾ, ਉਹਦੀ ਡਿਟੇਲ ਵੀ ਮੇਰੇ ਤੋਂ ਹੈਗੀ ਆ, ਉਸ ਫੌਜੀ ਬੰਦੇ ਦੀ। ਤੁਹਾਡਾ ਮਿੱਤਰ ਸੀ ਉਹ? ਮੇਰਾ ਮਿੱਤਰ? ਹਾਂਜੀ ਹਾਂਜੀ। ਮੇਰੀ ਉਮਰ ਤਾਂ ਮਹਿਜ ਯਾਨੀ ਕਿ 44-45 ਹੈਗੀ। ਹਾਂਜੀ, ਤੁਸੀਂ ਨਹੀਂ ਜਿਹਦੀ ਦੇਖੋ, ਤੁਸੀਂ ਕਹਿੰਦੇ ਨੇ ਵੀ ਸਾਡੇ ਮਿੱਤਰ ਆ, ਮੈਂ ਤੁਹਾਨੂੰ ਤਾਂ ਕਰਕੇ ਕਿਹਾ ਵੀ ਉਹ ਮਿੱਤਰ, ਉਹਨਾਂ ਵਿੱਚੋਂ ਇੱਕ ਦੀ ਤੁਸੀਂ ਬਰਸੀ ਵੀ ਮਨਾ ਰਹੇ ਹੋ, ਪਰ ਉਹ ਇਨਾਮ ਉਹਦਾ ਨਹੀਂ ਸੀ ਬਣਦਾ, ਉਹ ਲੈ ਗਿਆ ਸੀ ਇਨਾਮ ਵੀ ਬੰਦਾ ਮੈਂ ਮਾਰਿਆ, ਪਰ ਇਨਾਮ ਉਹਦੇ ਭਰਾ ਦਾ ਸੀ, ਅਸੀਂ ਘਰ ਬਰਸੀ ਦੇ ਕਿਹਦੀ ਮੂਹਰੇ ਮਨਾ ਮਾਰਿਆ ਰਹੇ ਸੀ। ਆ? ਕੁੱਕੜਾਂ ਦੇ ਵਿੱਚ ਮਨਾਉਣੇ ਵੀ? ਹਾਂ, ਸ਼ੀਨਿਆਂ ਦੇ ਵਿੱਚ। ਹਾਂ, ਸਮਝ ਰਿਹਾ ਮੈਂ। ਕੀ ਹੂੰ। ਤੁਸੀਂ ਹਰਦੇਵ ਦੀ ਗੱਲ ਕਰ ਰਹੇ ਹੋਗੇ? ਹਾਂਜੀ। ਹਰਦੇਵ ਦੀ ਗੱਲ ਕਰਦੇ ਆ? ਨਹੀਂ ਕੋਈ ਗੱਲ ਨਹੀਂ, ਮੈਂ ਉਹ ਬੰਦੇ ਨੂੰ ਨਾ ਫੋਨ ਲਾਉਣ ਡਿਆ ਆ, ਮੇਰਾ ਉਹਨੇ ਹਜੇ ਤੱਕ ਫੋਨ ਨਹੀਂ ਚੱਕਿਆ, ਤੇ ਜਿੱਦਣ ਫੋਨ ਚੱਕਿਆ ਨਾ ਮੈਂ ਤੁਹਾਡੇ ਉਦਣ ਤੁਹਾਨੂੰ ਦੱਸੂਗਾ, ਉਹਨਾਂ ਗੱਲ ਕਰਨ ਤੋਂ ਬਾਅਦ, ਤੇ ਉਹਨੂੰ ਮੈਂ ਲਾਉਣ ਡਿਆ ਹੋਇਆ ਫੋਨ ਵੀਰ ਨੂੰ, ਵੀ ਵੀਰੇ ਇਨਾਮ ਤਾਂ ਤੇਰਾ ਬਣਦਾ ਸੀ, ਵੀ ਤੂੰ ਆਪ ਤੋਂ ਉਦੋਂ ਲਿਆ ਨਹੀਂ, ਤੇ ਹੁਣ ਉਹ ਬੰਦਾ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਵਿਚਰ ਰਿਹਾ ਆ। ਸੋ ਗੱਲ ਮੈਂ ਸਿਰਫ ਇਹ ਗੱਲ ਕਰਦਾ ਵੀ ਜਿਹੜੀ ਚੀਜ਼ ਸਾਡੀ ਹੈਗੀ ਆ, ਉਹ ਸਾਨੂੰ ਸੱਚਾਈ ਨੂੰ ਐਕਸੈਪਟ ਕਰਨਾ ਚਾਹੀਦਾ, ਵੀ ਭਾਈ ਆਹ ਗੱਲ ਹੈਗੀ, ਉਹ ਗੱਲਾਂ ਦੀ ਸੱਚਾਈ ਬਾਬਾ ਸੱਚ ਕਰਕੇ ਜਾਣਿਓ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੋਣਗੀਆਂ ਜਿੱਥੇ ਮੈਂ ਵੀ ਗਲਤ ਹੋਊਂਗਾ, ਇਹ ਗੱਲ ਨਹੀਂ ਆ ਕਿ ਮੈਂ ਜਿਹੜੀ ਮੇਰੇ ਕੋਲ ਜਾਣਕਾਰੀ ਮੈਂ 100% ਸੱਚਾ ਹੋਊਂਗਾ, ਹੈ ਨਾ, ਤੇ ਇਹ ਵੀ ਤੁਸੀਂ ਮੰਨੋਗੇ ਵੀ 100% ਜਿਹੜੀ ਤੁਹਾਡੀ ਜਾਣਕਾਰੀ ਉਹ ਵੀ ਨਹੀਂ ਸੱਚੀ ਨਿਕਲਣੀ, ਕੁਝ ਦੇ ਵਿੱਚ ਤੁਹਾਨੂੰ ਤੁਸੀਂ ਮੇਰੀ ਨੂੰ ਅੰਡਰਸਟੈਂਡ ਕਰ ਲਓਗੇ, ਕੁਝ ਨੂੰ ਮੈਂ ਤੁਹਾਡੀ ਨੂੰ ਅੰਡਰਸਟੈਂਡ ਕਰ ਲਾਂਗਾ, ਉਹ ਰਾਸਤਾ ਬੜਾ ਵਧੀਆ ਆ, ਉਹ 'ਚ ਚੱਕੜ ਨਹੀਂ ਹੈ ਇੱਕ ਦੂਜੇ ਤੇ ਸੁੱਟਣ ਨੂੰ, ਭੈਣਾਂ ਭਰਾਵਾਂ ਵਾਂਗੂ ਉਹ ਗੱਲਬਾਤ ਹੋ ਜਾਂਦੀ। ਜਦੋਂ ਆਪਾਂ ਇੱਕ ਦੂਜੇ ਤੇ, ਜੇ ਮੈਂ ਇੱਥੋਂ ਬੋਲੂੰਗਾ ਤੇ ਮੈਂ ਆਪਣੀ ਰੇੜੀ ਜਾਣੀ ਆ, ਉਧਰ ਸੋਨੀਆ ਮਾਨ ਹੋਗੀ ਜਾਂ ਤੁਸੀਂ ਹੋਗੇ, ਤੁਸੀਂ ਆਪਣੀ ਕਰੀ ਜਾਣੀ ਆ, ਉਹ ਦੋਨਾਂ ਪੱਖਾਂ ਦਾ ਪੱਖ ਕੋਈ ਸਮਝ ਨਹੀਂ ਆਉਂਦਾ, ਤੇ ਲੋਕਾਂ ਦੇ ਵਿੱਚ ਦੋਨੇ ਹਾਸੇ ਦੇ ਪਾਤਰ ਬਣਨੇ ਆ। ਮੈਂ ਤਾਂ ਕਰਕੇ ਮੈਂ ਕਿਹਾ ਵੀਰ ਨੂੰ ਮੈਂ ਪੁੱਛਦਾ ਵੀ ਜੇ ਉਹਨਾਂ ਨੇ ਆਉਣਾ ਹੈ, ਕਿਉਂਕਿ ਮੈਂ ਅੱਜ ਤੇ ਕੱਲ ਹਜੇ ਘਰੇ ਹੀ ਆ, ਫਿਰ ਮੈਨੂੰ ਲੱਗ ਜਾਂਦੇ ਆ ਦੋ ਦਿਨ ਦਾ ਸਫ਼ਰ ਹੁੰਦਾ ਮੇਰਾ, ਇੱਕ ਦਿਨ ਜਾਣ ਨੂੰ ਲੱਗਦਾ, ਇੱਕ ਦਿਨ ਵਾਪਸ ਆਉਣ ਨੂੰ ਲੱਗਦਾ। ਹੈ ਕਿੱਥੇ ਹੋਏ, ਕਿੱਥੇ ਮੈਨੇਜ ਹੋਊਗੀ ਹਾਂਜੀ। ਇੰਟਰਵਿਊ ਕਿੱਥੇ ਮੈਨੇਜ ਹੋਊਗੀ? ਆਪਾਂ ਦੇਖ ਲਓ, ਜੇ ਤਾਂ ਤੁਸੀਂ ਏਕਨੂਰ ਤੇ ਕਰਨੀ, ਆਪਾਂ ਏਕਨੂਰ ਤੇ ਕਰ ਲੈਂਦੇ, ਜੇ ਅਕਾਲ ਚੈਨਲ ਤੇ ਕਰਨੀ ਆਪਾਂ ਉੱਤੇ ਕਰ ਲੈਂਦੇ ਹਾਂ। ਹਾਂ, ਹੁਣ ਮੈਂ ਤੇ ਬਾਹਰ ਰਹਿਣਾ, ਫਿਰ ਹੋਏਗੀ ਤੇ ਫੋਨ ਦੇ ਉੱਤੇ ਹੀ, ਹੈ ਨਾ, ਪਰ ਉਹਨਾਂ ਦਾ ਕਮ ਸੇ ਕਮ ਜਿਹੜੇ ਅਕਾਲ ਚੈਨਲ ਵਾਲੇ ਹੈ ਨਾ, ਦੇਖੋ ਪਹਿਲੀ ਗੱਲ ਤਾਂ ਹੈ ਵੀ ਸੋਨੀਆ ਪੋਲੀਟੀਕਲ ਕੁੜੀ ਨਹੀਂ ਹੈਗੀ ਜੀ, ਠੀਕ ਹੈ। ਹਾਂਜੀ। ਦੂਜੀ ਗੱਲ, ਜਿਹੜਾ ਉਹਦੇ ਖਿਲਾਫ ਪ੍ਰਚਾਰ ਕੀਤਾ ਗਿਆ ਵੀ ਬਲਦੇਵ ਮਾਨ ਦੀ ਕੁੜੀ ਨਹੀਂ ਹੈਗੀ, ਜੀ, ਸੋਨੀਆ ਮਾਨ ਦਾ ਜਨਮ 10 ਸਤੰਬਰ 1986 ਨੂੰ ਹੋਇਆ। ਬਿਲਕੁਲ ਠੀਕ ਹੈ ਜੀ। 26 ਨੂੰ ਯਾਨੀ ਕਿ ਬਲਦੇਵ ਸਿੰਘ ਮਾਨ ਦਾ ਮਰਡਰ ਹੋਇਆ। ਹਾਂਜੀ। ਸੋਨੀਆ ਦੇ ਜਿੰਨੇ ਡਾਕੂਮੈਂਟ ਨੇ ਸਾਰਿਆਂ ਦੇ 10 ਸਤੰਬਰ 1986 ਲਿਖਿਆ ਹੋਇਆ ਜੀ, ਪਰ ਜੀ, ਉਹ ਬੱਚੀ ਨੇ ਆਪਦਾ ਕੈਰੀਅਰ ਚੁਣਿਆ ਸੀ ਫਿਲਮੀ। ਹਾਂਜੀ। ਠੀਕ ਹੈ, ਹੁਣ ਤਾਂ 2.5 ਸਾਲ ਇਹ ਵੀ ਨਹੀਂ ਪਤਾ ਲੱਗਾ ਸੀ ਮੇਰਾ ਚਾਚਾ ਮੇਰਾ ਜਾਨੀ ਕਿ ਪਿਓ ਆ ਜਾਂ ਬਲਦੇਵ ਮਾਨ ਪਿਓ ਹੈਗਾ। ਨਹੀਂ, ਉਹ ਤੇ ਜਦੋਂ ਇੰਨੀ ਛੋਟੀ ਸੀ, ਉਹਨੂੰ ਕੀ ਪਤਾ ਲੱਗਣਾ, ਇਹਦੇ ਵਿੱਚ ਤਾਂ ਮੈਂ ਵੀ ਸਹਿਮਤ ਹਾਂ। ਮੈਂ ਵੀ ਸਹਿਮਤ ਹਾਂ, ਉਦੋਂ ਛੋਟੀ ਬਹੁਤ ਸੀ ਉਹ। ਫਿਲਮਾਂ ਦੇ ਵਿੱਚ ਏਜ ਫੈਕਟਰ ਦਾ ਇੱਕ ਕੰਮ ਕਰਦੀ ਹੈ, ਕਰਦੀ ਬਿਲਕੁਲ ਕਰਦੀ, ਮੈਂ ਸਹਿਮਤ ਹਾਂ। ਵੀ ਇਹ ਕੱਲ ਨੂੰ ਗੱਲਾਂ ਸਾਹਮਣੇ ਆਉਣਗੀਆਂ, ਕੋਈ ਇਸੇ ਨੂੰ ਏਜੰਡਾ ਬਣਾ ਦੂਗਾ, ਤੇ ਉਹ ਬਣਾਤਾ ਵੀ ਇਹਦਾ ਬਲਦੇਵ ਮਾਨ ਦੀ ਕੁੜੀ ਹੀ ਨਹੀਂ ਹੈਗੀ, ਇਹਦੀ ਮਾਂ ਦੇ ਰਿਲੇਸ਼ਨ ਹੋਰ ਨਾਲ ਸੀ। ਨਹੀਂ, ਅਸੀਂ ਦੇਖੋ, ਮੈਂ ਦੁਨੀਆ ਭਰ ਦਾ ਬਕਵਾਸ ਉਹਨਾਂ ਨੇ ਕੀਤਾ ਹੈ। ਨਹੀਂ, ਮੈਂ ਦੇਖੋ ਪਹਿਲੇ ਨੰਬਰ ਤੇ ਇੱਕ ਗੱਲ ਕਹਿਣਾ, ਜਿਹੜੀ ਮਾਂ ਆ ਉਹ ਮਾਂ ਹੀ ਰਹਿਣੀ ਆ, ਉਹ ਇੱਕੋ ਜਿਹੀਆਂ ਮਾਵਾਂ, ਉਹੀ ਸੋਨੀਆ ਮਾਨ ਦੀ ਵੀ ਉਹੋ ਜਿਹੀ ਮਾਂ ਆ, ਮੇਰੀ ਮਾਂ ਵੀ ਉਹੋ ਜਿਹੀ, ਤੁਹਾਡੀ ਮਾਤਾ ਵੀ ਉਹੋ ਜਿਹੀ, ਹੈ ਨਾ। ਮੈਂ ਫਿਰ ਤੋਂ ਉਹੀ ਗੱਲ ਕਹਾਂਗਾ ਵੀ ਇੱਕ ਵੋਟਰ ਕਾਰਡ ਦੀ ਜ਼ਰੂਰ ਫੋਟੋ ਜਿਹੜੀ ਆ ਉਹ ਸਕਾਈ ਟੀਵੀ ਵਾਲੇ ਨੇ ਪਾਈ ਆ, ਉਹਦੀ ਜ਼ਿੰਮੇਵਾਰੀ ਬਣਦੀ ਆ, ਤੁਹਾਡਾ ਉਹਨੂੰ ਸਵਾਲ ਕਰਨਾ ਫਰਜ਼ ਬਣਦਾ। ਉਸ ਵੋਟਰ ਕਾਰਡ ਦੇ ਉੱਤੇ ਜਿਹੜੀ ਉਮਰ ਲਿਖਾਈ ਗਈ ਆ ਉਹ 1990 ਉਹਨਾਂ ਨੇ ਦਿਖਾਈ ਆ, ਮੈਂ ਤੁਹਾਨੂੰ ਭੇਜ ਦਿੰਦਾ ਸਕਰੀਨ ਸ਼ਾਟ, ਮੈਂ ਲਿਆ ਹੋਇਆ, ਮੈਂ ਤੁਹਾਨੂੰ ਭੇਜ ਦਿੰਦਾ। ਮੈਂ ਸਿਰਫ ਇਹ ਗੱਲ ਪਰ ਜਿਹੜੇ ਉਹਦੇ ਸਰਟੀਫਿਕੇਟ ਨੇ, ਮੇਰੀ ਬੇਨਤੀ ਸੁਣਿਓ, ਨਹੀਂ ਤੁਸੀਂ ਮੇਰੀ ਬੇਨਤੀ ਤਾਂ ਸੁਣ ਲਓ। ਦੇਖੋ, ਵੋਟਰ ਕਾਰਡ ਜਿਹੜਾ ਉਹ ਵੀ ਇੱਕ ਆਪਣੀ ਆਈਡੀ ਹੁੰਦੀ ਹੈ ਨਾ। ਹੁਣ ਇੱਕ ਬੰਦੇ ਨੇ ਮੀਡੀਆ ਤੇ ਬਹਿ ਕੇ ਝੂਠਾ ਸਰਟੀਫਿਕੇਟ ਤਿਆਰ, ਝੂਠਾ ਵੋਟਰ ਕਾਰਡ ਬਣਾ ਕੇ ਉਹਨੇ ਇਸ਼ੂ ਕਰਤਾ, ਉੱਤੇ ਕਾਨੂੰਨੀ ਕਾਰਵਾਈ ਬਣਦੀ ਕਿ ਨਹੀਂ ਬਣਦੀ? ਜੇ ਉਹਦੇ ਉੱਤੇ ਸੋਨੀਆ ਮਾਨ ਹੁਣ ਕਾਰਵਾਈ ਨਹੀਂ ਕਰਦੀ, ਤੇ ਫਿਰ ਜਿਹੜੇ ਦੇਖਣ ਵਾਲੇ ਉਹ ਤੇ ਇਹ ਸੋਚਣਗੇ ਵੀ ਉਹ ਕਾਰਡ ਸੱਚਾ ਆ।
ਹੁਣ ਜੇ ਵੋਟਰ ਕਾਰਡ ਤੇ ਮੈਂ ਤੁਹਾਨੂੰ ਉਦੋਂ ਵੀ ਜਦੋਂ ਆਪਣੀ ਗੱਲ ਹੋਈ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਸੀ ਵੀ ਜੇ ਤੇ ਸੋਨੀਆ ਮਾਨ ਨੇ ਉਮਰ ਤੁਸੀਂ ਬੋਲਣ 'ਚ ਕਹਿੰਦੇ ਉਹ ਗਲਤ ਆਡਿਟ ਕਰਤੀ, ਜਿਆਦਾ ਤੁਸੀਂ ਕੋਈ ਇੰਟਰਵਿਊ ਕਰਦੇ ਹੋ ਜਦੋਂ ਉਹਨੂੰ ਤੁਸੀਂ ਕੰਪਲੀਟ ਪਾਓ। ਮੈਂ ਇਹਦਾ ਸਵਾਲ ਉੱਭਰ ਹੀ ਨਹੀਂ ਰਹੇ। ਮੈਂ ਜਿਹੜੇ ਤੁਹਾਡੀ ਗੱਲ ਸੁਣ ਰਿਹਾ, ਮੈਂ ਕਹਿ ਰਿਹਾ ਹਾਂਜੀ। ਨਹੀਂ ਜਿਹੜੀ ਉਹ ਤੁਸੀਂ ਨਾ ਤੁਸੀਂ ਗਲਤ ਤਰੀਕੇ ਨਾਲ ਲੈ ਗਏ ਉਹਨੂੰ। ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਤੁਸੀਂ ਇੱਕ 31 ਮਿੰਟ ਦੀ ਜਿਹੜੀ ਆ ਉਹ ਵੱਖਰੀ ਪਈ ਸੀ ਤੇ ਉਸ ਤੋਂ ਬਾਅਦ ਵਿੱਚੋਂ ਕਿਉਂਕਿ ਉਹਦੇ ਵਿੱਚ ਆਵਾਜ਼ ਦੀ ਕੋਈ ਸਮਝ ਨਹੀਂ ਆ ਰਹੀ ਵੀ ਕਿਹੜਾ ਕੀ ਬੋਲ ਰਿਹਾ ਆ ਤੇ ਤਾਂ ਕਰਕੇ ਜਿੰਨੀ ਸਾਫ਼ ਸੀ ਬਾਅਦ 'ਚ ਕਟਿੰਗ ਕੀਤੀ। ਇਹ ਨਹੀਂ ਕੀਤੀ ਕਿ ਪਹਿਲਾਂ ਤੁਹਾਡੇ ਵਾਲੀ ਇੰਨੀ ਪਾਤੀ ਆ, ਆਪਾਂ ਪਹਿਲਾਂ ਸਾਰੀ ਪਾਈ ਆ, ਉਹ ਸਾਰੀ ਪਾਉਣ ਤੋਂ ਬਾਅਦ ਦੂਜੇ ਨੰਬਰ ਤੇ ਪਈ ਆ। ਇੱਥੋਂ ਤੁਸੀਂ ਸ਼ੁਰੂ ਉੱਥੋਂ ਕਰਦੇ ਹੋ ਵੀ ਮੈਂ ਕਿਹਾ ਸੀ ਵੀ ਮੇਰਾ ਭਰਾ ਖੁਦ ਆ। ਮੈਂ ਤੁਹਾਨੂੰ ਉਹੀ ਗੱਲ ਦੱਸੀ ਆ, ਤੁਸੀਂ ਫੇਰ ਤੁਸੀਂ ਗਲਤ ਸਮਝ ਗਏ। ਮੈਂ ਤੁਹਾਨੂੰ ਕਹਿ ਰਿਹਾ, ਮੈਂ ਤੁਹਾਨੂੰ ਲਿੰਕ ਭੇਜਦਾ ਤੁਹਾਨੂੰ, ਫਿਰ ਮੇਰੀ ਗੱਲ ਕਲੀਅਰ ਹੋ ਜੂ। ਮੈਂ ਜਿਹੜੀ ਨਹੀਂ ਹਾਂ ਮੈਂ ਤੁਹਾਨੂੰ ਹੁਣ ਗੱਲ ਦੱਸਣ ਲੱਗਾ। ਮੈਂ ਤੁਹਾਨੂੰ ਜਿਹੜੀ ਗੱਲ ਕਹੀ ਆ ਵੀ ਜਿਹੜੀ ਪਹਿਲੀ ਸ਼ੁਰੂਆਤ ਹੋਈ ਆ ਨਾ ਉਹ ਉੱਥੋਂ ਸ਼ੁਰੂਆਤ ਹੁੰਦੀ ਜਿੱਥੇ ਔਲਖ ਕਹਿੰਦਾ ਮੈਂ ਤੁਹਾਡਾ ਪਹਿਲਾਂ ਪਰਿਚੈ ਕਰਾ ਦਿੰਦਾ ਵੀ ਇਹ ਮਲਕੀਤ ਸਿੰਘ ਆ, ਇਹ ਸੋਨੀਆ ਮਾਨ ਆ। ਉੱਥੋਂ ਸ਼ੁਰੂ ਕਰਕੇ ਐਂਡ ਤੱਕ ਸਾਰੀ ਪਾਈ ਸੀਗੀ। ਤੁਸੀਂ ਮੈਨੂੰ ਕਹਿੰਦੇ 31 ਮਿੰਟਾਂ ਵਾਲੀ ਭੇਜੋ। ਹਾਂ ਮੈਂ ਤੁਹਾਨੂੰ ਉਹ ਭੇਜ ਦਿੰਦਾ, ਉਹਦਾ ਲਿੰਕ ਪਤਾ ਤੁਹਾਨੂੰ ਭੇਜ ਦਿੰਦਾ, ਏਕਨੂਰ ਤੇ ਪਿਆ ਹੋਇਆ। ਹਾਂ ਉਹ ਜਿਹੜੀ ਕਿਉਂਕਿ ਪਹਿਲੋਂ ਮੈਂ ਜਿਹੜੀ ਨਾ ਰਿਕਾਰਡਿੰਗ ਕਰ ਰਿਹਾ ਸੀ ਉਹ ਇਦਾਂ ਹੋਈ ਸੀ ਰਿਕਾਰਡਿੰਗ ਕਿ ਐਡਰੈਸ ਕੀ ਹੈ ਇੰਗਲੈਂਡ ਦਾ। ਮੈਂ ਕਿਤਾਬਾਂ ਵੀ ਭੇਜਣੀਆਂ ਨੇ ਕੁਝ ਇੱਥੇ। ਮੈਂ ਉਹਦਾ PDF ਜਿਹੜਾ ਲੈ ਲਿਆ ਸੀਗਾ ਜੀ। ਤੁਸੀਂ ਮੈਨੂੰ ਦੱਸ ਦਿਓ ਜਿਹੜੀਆਂ ਕਿਤਾਬਾਂ ਚਾਹੀਦੀਆਂ ਮੈਂ ਲੈ ਲੈਣਾ ਜੇ ਮੈਨੂੰ ਲੈਣੀਆਂ ਚਾਹੀਦੀਆਂ। ਦੂਜਾ ਐਡੀਸ਼ਨ ਆ ਰਿਹਾ ਹੈਗਾ, ਬਲਦੇਵ ਮਾਨਤੀ ਆ ਰਿਹਾ ਹੈਗਾ। ਅੱਛਾ ਜੀ, ਪਹਿਲੇ ਵੀ ਮੇਰੇ ਖਿਆਲ ਨਾਲ ਉਹ ਲੇਖਾਂ ਦਾ ਸੰਗ੍ਰਹਿ ਆ, ਤੁਸੀਂ ਲਿਖੀ ਨਹੀਂ ਗੀ ਉਹ। ਮੇਰੇ ਖਿਆਲ ਲੇਖਾਂ ਦਾ ਸੰਗ੍ਰਹਿ ਆ ਨਾ, ਜਿਹੜੇ ਉਹਦੇ ਬਲਦੇਵ ਮਾਨ ਲਈ ਲੇਖ ਲਿਖੇ ਸੀ ਜਾਂ ਉਹਦੇ ਲਈ ਆਰਟੀਕਲ ਛਪਿਆ, ਉਹਨਾਂ ਨੂੰ ਤੁਸੀਂ ਕੀਤਾ ਹਨਾ, ਜੋੜਿਆ ਆ। ਹਾਂਜੀ ਮੈਂ ਸੰਪਾਦਿਤ ਕੀਤੀ ਆ ਉਹ। ਹਾਂ ਮੈਂ ਤਦੇ ਕਰਕੇ ਕਹਿ ਰਿਹਾ, ਪਹਿਲੋਂ ਬਹੁਤ ਸਾਰਾ ਭੁਲੇਖਾ ਸੀਗਾ ਵੀ ਸ਼ਾਇਦ ਤੁਸੀਂ ਉਹ ਲਿਖੀ ਆ। ਉਹ ਜਦੋਂ ਮੈਂ ਪੜ੍ਹੀ ਤੇ ਉਦੋਂ ਵਿੱਚ ਪਤਾ ਲੱਗਦਾ ਵੀ ਨਹੀਂ ਉਹ। ਹਾਂ 6 ਸਾਲ ਸੀ। ਨਹੀਂ ਠੀਕ ਆ। ਹਾਂਜੀ ਉਹ ਜਿਹੜੀ ਹੈ ਨਾ ਗੱਲਬਾਤ। ਹਾਂ ਅਸਲੀਅਤ ਦੇ ਵਿੱਚ ਜਿਹੜੀ ਹੈ ਨਾ ਆਪਣੀ ਉਹ ਉਦੋਂ ਵਿਚਾਰ। ਮੈਂ ਜਿਹੜੀ ਹੁਣ ਵਾਲੀ ਕਿਤਾਬ ਹੈ ਹਾਂਜੀ ਇਹਦੀ ਭੂਮਿਕਾ ਦੇ ਵਿੱਚ ਸਾਰਾ ਬਾਤ ਲਿਖੂੰ ਜ਼ਰੂਰ। ਜੀ ਨਹੀਂ ਚੰਗੀ ਗੱਲ। ਦੇਖੋ ਮੈਂ ਇਹ ਬਾਰ-ਬਾਰ ਬੇਨਤੀ ਕਰ ਰਿਹਾ ਵੀ ਜਿਹੜੀ ਸੱਚਾਈ ਆ ਉਹ ਸਾਹਮਣੇ ਵੀਰੇ ਜ਼ਰੂਰ ਆਉਣੀ ਚਾਹੀਦੀ ਆ, ਉਹਨੂੰ ਜ਼ਰੂਰ ਲਿਆਉਣਾ ਚਾਹੀਦਾ। ਜੇ ਤੁਸੀਂ ਲਿਆਉਣੇ ਹੋ ਉਹ ਚੰਗੀ ਗੱਲ, ਉਹ ਕੋਈ ਮਾੜੀ ਗੱਲ ਨਹੀਂ ਹੈਗੀ ਆ। ਪਰ ਮੈਂ ਸਿਰਫ ਕਿਹੜੀ ਗੱਲ ਦੇ ਖਿਲਾਫ ਕਰਦਾ ਕਿ ਮੈਂ ਆਪਣੇ 4 ਬੰਦੇ ਖੜੇ ਕਰਕੇ ਤੁਹਾਡੇ ਕੋਲ ਆਪਣੀ ਗੱਲ ਸੱਚੀ ਸਾਬਤ ਕਰੀ ਜਾਵਾਂ, ਤੁਸੀਂ ਉਧਰ ਦੂਰ ਖੜੇ ਹੋ ਕੇ ਆਪਣੀ ਗੱਲ ਨੂੰ ਸਾਬਤ ਕਰੀ ਜਾਓ। ਇਹਦੇ ਨਾਲੋਂ ਚੰਗਾ ਵੀ ਸਾਡੇ ਕਿਹੜੇ ਘਰ ਪਰਿਵਾਰ ਇੱਕ ਦੂਜੇ ਨੂੰ ਕੋਈ ਵੱਖਰੇ ਆ। ਆਪਾਂ ਸਾਰੇ ਉਸੇ ਮਿੱਟੀ 'ਚੋਂ ਜੰਮੇ, ਉਸੇ ਮਿੱਟੀ 'ਚ ਚਲੇ ਜਾਣਾ। 4 ਦਿਨ ਦੀ ਜ਼ਿੰਦਗੀ ਹੈ, ਕਿਉਂ ਨਹੀਂ ਆਪਾਂ ਬਹਿ ਕੇ ਇੱਕ ਵਾਰੀ ਗੱਲ ਕਰ ਲੈਂਦੇ ਵੀ ਭਾਈ ਆ ਰਿਹਾ ਵੀ ਆਹ ਸਾਡੇ 'ਚ ਕਨਫਿਊਜ਼ਨ ਸੀ, ਆਹ ਸਾਡੇ 'ਚ ਦੂਰ ਹੋ ਗਿਆ। ਗੱਲ ਇਹ ਬੜੀ ਛੋਟੀ ਜਿਹੀ ਹੈ। ਆਪਣਾ ਸਕਾਈ ਵਾਲੇ ਨੇ ਕਹਿੰਦਾ ਮੈਨੂੰ ਨੰਬਰ ਭੇਜੋ। ਹਾਂ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਪਤਾ ਕਰ ਦਿੰਦਾ ਕਿਉਂਕਿ ਜਿਹੜਾ ਉਹ ਸਕਾਈ ਵਾਲਾ ਬੰਦਾ ਐਂਕਰ ਹੈ, ਪੱਤਰਕਾਰ ਹੈ। ਹਾਂਜੀ ਉਹ ਇੱਕ ਤਾਂ ਉਹ ਨਿਰਪੱਖ ਬੰਦਾ ਨਹੀਂ ਹੈਗਾ ਜੀ, ਇਹਦਾ ਕਲੀਅਰ ਹੈ ਜੀ। ਉਹ ਆਏ ਆ ਵੀ ਇੱਕ ਆ ਬੀਬੀ ਬੈਠੀ ਐਂਟੀ ਕਮਿਊਨਿਸਟ, ਹਾਂਜੀ, ਇੱਕ ਉਹ ਪੱਤਰਕਾਰ ਬੈਠਾ ਐਂਟੀ ਕਮਿਊਨਿਸਟ। ਓਕੇ, ਉਹ ਦੋਨਾਂ ਦੇ ਸਿਰ ਇੱਕੋ ਹੀ ਹੈ ਜੀ। ਹਾਂ ਉਹ ਕਿਤੇ ਮੈਨੂੰ ਕਾਊਂਟ ਨਹੀਂ ਕਰਦਾ, ਕਿਤੇ ਮੈਨੂੰ ਕੱਟ ਨਹੀਂ ਕਰਦਾ। ਇਹ ਤੁਸੀਂ ਮੇਰੇ ਨਾਲ ਇੱਕ ਗੱਲ 'ਚ ਸਹਿਮਤ ਹੋਵੋਗੇ ਵੀ ਇਹ ਦੋਨੇ ਪਾਸਿਆਂ ਤੋਂ ਇਹੀ ਹੋ ਰਿਹਾ। ਹੁਣ ਜਿਹੜਾ ਬਲਦੇਵ ਮਾਨ ਦੇ ਪਿੰਡ ਆਣ ਕੇ ਇੰਟਰਵਿਊ ਕਰਕੇ ਗਿਆ ਆ ਉਹ ਵੀ ਇਸੇ ਤਰੀਕੇ ਨਹੀਂ ਆ। ਉਹ ਆਪ ਕਾਮਰੇਡੀ ਵਿਚਾਰਧਾਰਾ ਦੇ ਜਿਹੜੀ ਉਹ ਹਮੀਦਾਰ ਆ। ਉਹ ਵੀ ਕੋਈ ਜਿਹੜੀ ਹੈਗੀ ਆ ਦੂਸਰੀ ਦੀ ਤਰਜਮਾਨੀ ਨਹੀਂ ਕਰ ਰਿਹਾ। ਜਦੋਂ ਉਹਦੇ ਨਾਲ ਨਾ ਗੱਲ ਵੀ ਹੋਈ ਆ, ਸਾਡੇ 'ਚ ਇੱਕ ਬੰਦੇ ਦੀ ਗੱਲ ਵੀ ਹੋਈ ਆ ਉਹਦੇ ਨਾਲ, ਔਰ ਉਹ ਪਹਿਲੋਂ ਕਹਿੰਦਾ ਵੀ ਤੁਹਾਡੀ ਕਿਤਾਬ ਦਾ ਜਦੋਂ ਉਹਨੂੰ ਹਵਾਲਾ ਦਿੱਤਾ ਨਾ ਉਹ ਬੰਦੇ ਨੇ, ਸਾਡੇ ਬੰਦੇ ਨੇ ਕਿਹਾ ਵੀ ਉਹ ਕਿਤਾਬ ਤੋਂ ਪੜ੍ਹੀ ਆ, ਪਹਿਲੋਂ ਕਹਿੰਦਾ ਵੀ ਹਾਂ ਮੈਨੂੰ ਕਿਤਾਬ ਬਾਰੇ ਪਤਾ ਆ ਤੇ ਮੈਂ ਉਹ ਪੜ੍ਹੀ ਨਹੀਂ। ਉਹ ਕਹਿੰਦਾ ਵੀ ਤੈਨੂੰ ਪੜ੍ਹ ਕੇ ਨਹੀਂ ਜਾਣਾ ਚਾਹੀਦਾ ਸੀਗਾ, ਵੀ ਤੂੰ ਇੱਕ ਬੰਦੇ ਦੇ ਪਿੰਡ ਜਾ ਰਿਹਾ ਆ, ਉੱਥੇ ਤੂੰ ਗੱਲਬਾਤ ਕਰਨ ਜਾ ਰਿਹਾ ਔਰ ਬੰਦੇ ਦੇ ਬਾਰੇ ਮਾੜਾ ਮੋਟਾ ਜਾਣ ਪਛਾਣ ਕਰਕੇ ਜਾਏਗਾ ਕਿ ਉੱਦਾਂ ਚੱਲ ਗਿਆ ਸੀ। ਫਿਰ ਉਹ ਬੰਦਾ ਆਪਣੀ ਗੱਲ ਤੋਂ ਮੁੱਕਰ ਰਿਹਾ ਤੇ ਉਹ ਕਹਿੰਦਾ ਵੀ ਮੈਂ ਜਿਹੜੀ ਕਿਤਾਬ ਆ ਮੈਨੂੰ ਪਤਾ ਹੀ ਉੱਥੇ ਜਾ ਕੇ ਲੱਗਾ, ਪਿੰਡ ਜਾ ਕੇ, ਵੀ ਇਹ ਕਿਤਾਬ ਵੀ ਕੋਈ ਹੈਗੀ ਆ। ਹੁਣ ਤੁਸੀਂ ਦੱਸੋ ਰੈਲੀ ਦੇ ਵਿੱਚ ਰੁਲਦੂ ਸਿੰਘ ਮਾਨਸਾ ਜਿਹੜਾ ਆ ਉਹਨੇ ਉਹ ਕਿਤਾਬ ਹੱਥੀਂ ਫੜ ਕੇ ਦਿਖਾ ਲਈ ਆ। ਉਦਣ ਦਾ ਇੰਨਾ ਰੌਲਾ ਪੈ ਰਿਹਾ ਉਸ ਕਿਤਾਬ ਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਵੀ ਉਸ ਬੰਦੇ ਨੂੰ ਵੀ ਕਿਤਾਬ ਵੀ ਕੋਈ ਹੈਗੀ ਆ। ਇਹ ਦੋਨੇ ਪਾਸੇ ਤੋਂ ਹੋ ਰਿਹਾ, ਇੱਕ ਪਾਸੇ ਤੋਂ ਨਹੀਂ ਹੋ ਰਿਹਾ। ਮੈਂ ਇਮਾਨਦਾਰੀ ਨਾਲ ਮੰਨ ਰਿਹਾ ਦੋਨੇ ਪਾਸੇ ਤੋਂ। ਅਸੀਂ ਪੱਤਰਕਾਰ ਉਹ ਚੁਣਨਾ ਚਾਹੁੰਦੇ ਆ ਜਿਹੜਾ ਪੱਤਰਕਾਰ ਸਾਨੂੰ ਸਾਡੇ ਜੋ ਅਸੀਂ ਚਾਹੁੰਦੇ ਉਹੀ ਪੁੱਛੇ। ਪਰ ਮੈਂ ਇਦਾਂ ਦਾ ਕੰਮ ਕਦੇ ਨਹੀਂ ਕੀਤਾ। ਮੈਂ ਹਮੇਸ਼ਾ ਹੀ ਇਹ ਗੱਲ ਕਹੀ ਆ, ਤੁਸੀਂ ਦੇਖ ਲਿਓ ਸਾਡਾ ਢੰਡਰੀ ਵਾਲਿਆਂ ਨਾਲ ਵਿਵਾਦ ਚੱਲਿਆ, ਮੈਂ ਸਭ ਤੋਂ ਵੱਧ ਉਹਦੇ ਬੰਦੇ ਨਾਲ ਗੱਲਬਾਤ ਕਰਕੇ ਨੈੱਟ ਤੇ ਪਾਈ ਆ। ਮੈਂ ਕਦੇ ਵੀ ਇੱਕ ਵੀ ਇਲਜ਼ਾਮ ਇਦਾਂ ਦਾ ਨਹੀਂ ਲਾਇਆ। ਜੇ ਢੰਡਰੀ ਵਾਲਿਆਂ ਨੇ ਕਿਹਾ ਵੀ ਅਸੀਂ ਖੜ ਕੇ ਵਿਚਾਰ ਕਰਨ ਨੂੰ ਤਿਆਰ ਆ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਜੇ ਤੇ ਕੋਈ ਹੈਗੀ ਆ ਤਾਂ ਤੂੰ ਇੱਥੇ ਪੰਜਾਬ ਆ ਜਾ,
ਤਾਂ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਆ। ਤਾਂ ਮੈਂ ਉਹਨਾਂ ਨੂੰ ਪੰਜਾਬ ਜਾ ਕੇ ਤੇ ਜਦੋਂ ਇੰਡੋ ਕੈਨੇਡੀਅਨ ਬੱਸ 'ਚ ਬੈਠਾ ਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਲੁਧਿਆਣੇ ਨੂੰ ਰਵਾਨਾ ਹੋ ਗਿਆ, ਤਾਂ ਤੁਸੀਂ ਦੱਸੋ ਕਿਹੜੇ ਗੁਰੂ ਘਰ ਦੇ ਅੰਦਰ ਵਿਚਾਰ ਰੱਖਣੀ ਆ। ਤੇ ਫਿਰ ਉਹ ਸਾਨੂੰ SP ਦੀਆਂ DSP ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ, ਮੈਂ ਪਰਚਾ ਕਰਾ ਦੇਣਾ, ਮੈਂ ਆਹ ਕਰ ਦੇਣਾ। ਆਪਣਾ ਇਲਾਕਾ ਦੱਸੋ, ਬਾਕੀ ਗੱਲ ਤਾਂ ਮੈਂ ਬਾਅਦ ਚ ਮੈਂ ਤੁਹਾਡੇ ਚਰਨਾਂ 'ਚ ਬੈਠਾ, ਝਾੜ ਕੇ ਦੇਖ ਲਓ। ਤੁਹਾਡੇ ਚਰਨਾਂ 'ਚ ਬੈਠਾ ਮਹਾਰਾਜ। ਔਰ ਮੇਰਾ ਨਾਮ ਤਾਂ ਭਗਵਾਨ ਹੈ, ਮੇਰੇ ਚਰਨਾਂ 'ਚ ਸਾਰੀ ਦੁਨੀਆ। ਵਾਹਿਗੁਰੂ ਵਾਹਿਗੁਰੂ। ਨਹੀਂ ਗੱਲ ਤਾਂ ਇਹ ਹੈ ਮਹਾਰਾਜ ਵੀ ਜਿਹੜੇ ਉਹ ਚਲੋ ਮਹਾਰਾਜ ਉਹ ਬਿਰਤੀ ਬਖਸ਼ਣ, ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਚਲੋ ਜੋ ਕੁਛ ਹੈਗਾ ਚੱਲੀ ਜਾ ਰਿਹਾ। ਤੁਸੀਂ ਵਿਦਿਆਰਥੀ ਮੂਵਮੈਂਟ 'ਚ ਕੰਮ ਕੀਤਾ? ਹਾਂਜੀ, ਵਿਦਿਆਰਥੀ ਮੂਵਮੈਂਟ 'ਚ ਕੰਮ ਕੀਤਾ? ਨਹੀਂ ਜੀ, ਨਾ ਜੀ, ਇੰਨੇ ਨਹੀਂ ਮਹਾਰਾਜ ਨੇ ਹਜੇ ਭਾਗ ਬਖਸ਼ੇ। ਮੈਂ ਤਾਂ ਹਜੇ ਸਿਰਫ ਆਪ ਤੁਹਾਡੇ ਵਾਂਗੂ ਗਿਆਨ ਹੀ ਲੈ ਰਿਹਾ ਜੀ, 4 ਚੁਫੇਰਿਓਂ। ਤੇ ਇੰਗਲੈਂਡ ਦੇ ਕਿਹੜੇ ਸ਼ਹਿਰ ਰਹਿ ਰਹੇ ਹੋਗੇ? ਹਾਂਜੀ, ਇੰਗਲੈਂਡ ਦੇ ਕਿਹੜੇ ਸ਼ਹਿਰ ਰਹਿ ਰਹੇ ਹੋਗੇ? ਜਿਹੜੇ ਮਰਜ਼ੀ ਸ਼ਹਿਰ ਤੇ ਤੁਸੀਂ ਦੱਸੋ ਸੀ ਮਹਾਰਾਜ, ਤੁਸੀਂ ਹੁਕਮ ਕਰੋ। ਜੇ ਕਿਸੇ ਬੰਦਾ ਹੈਗਾ ਇੱਥੇ ਕੋਈ ਤਾਂ ਮੈਂ ਉਹਦੇ ਕੋਲ ਜਾਇਆ ਨਾ, ਕੋਈ ਗੱਲ ਨਹੀਂ। ਵੈਸੇ ਮੈਂ ਲੰਡਨ ਦੇ ਵਿੱਚ ਹਾਂ ਜੀ। ਲੰਡਨ ਜਾਓਗੇ? ਹਾਂਜੀ, ਤੇ ਕੋਈ ਗੱਲ ਨਹੀਂ, ਜਦੋਂ ਵੀ ਤੁਹਾਨੂੰ ਲੱਗੇ ਵੀ ਇਦਾਂ ਦੀ ਕੋਈ ਗੱਲਬਾਤ ਹੈਗੀ ਮੈਨੂੰ ਐਸਾ। ਨਿਰਮਲ ਸੋਂਦੀ ਹੋ ਰਹੀ ਨੇ ਨਾ? ਹਾਂਜੀ, ਨਿਰਮਲ ਸੋਂਦੀ ਹੋ ਰਹੀ ਨੇ ਨਾ ਇੰਗਲੈਂਡ 'ਚ? ਵੀਰੇ ਸੱਚ ਕਰਕੇ ਜਾਣੋ, ਜਿਹੜਾ ਮੇਰੇ ਪਰਿਵਾਰ ਦਾ ਸਾਡਾ ਕੰਮ ਹੈਗਾ ਨਾ, ਮੈਨੂੰ ਇੱਥੇ ਬਹੁਤ ਘੱਟ ਬੰਦੇ ਜਾਣਦੇ ਨੇ। ਮੈਂ ਆਪਣੇ ਕੰਮ 'ਤੇ ਆ, ਪਹਿਲਾਂ ਮੈਂ ਐਮਾਜ਼ੋਨ ਦੇ ਵਿੱਚ ਜੋਬ ਕਰਦਾ ਸੀਗਾ। ਐਮਾਜ਼ੋਨ 'ਤੇ ਜੋਬ ਦੇ ਨਾਲ ਨਾਲ ਹੀ ਮੈਂ ਜਿਹੜਾ ਹੈਗਾ ਉੱਥੇ ਉਹਨਾਂ ਦਾ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਮੇਰੀ ਕਿਰਤ ਆ, ਕਿਰਤ ਤੋਂ ਬਾਅਦ ਮੇਰਾ ਘਰ ਪਰਿਵਾਰ ਆ, ਬਸ ਇੰਨਾ ਕਿ ਮੇਰਾ ਦਾਇਰਾ ਬੜਾ ਛੋਟਾ ਹੈ ਜੀ। ਤੁਹਾਡਾ ਥਾਟ ਕੀ ਹੈਗਾ? ਕਿੱਦਾਂ? ਸਾਂਝੀਵਾਲਤਾ? ਸਾਂਝੀਵਾਲਤਾ, ਬਿਲਕੁਲ ਸਾਂਝੀਵਾਲਤਾ ਜੀ। ਯਾਨੀ ਕਿ ਇਹ ਦੋਨਾਂ ਦਾ ਸੁਮੇਲ ਹੈ ਜਿਹੜਾ ਜੁੜਨਾ ਚਾਹੀਦਾ ਸੀ, ਸਿੱਖ ਧਰਮ ਦਾ ਤੇ ਕਮਿਊਨਿਸਟਾਂ ਦਾ। ਨਹੀਂ, ਪਰ ਪ੍ਰੋਬਲਮ ਇਹ ਆ ਨਾ ਵੀ ਕਮਿਊਨਿਸਟ ਜਿਹੜੀ ਵਿਚਾਰਧਾਰਾ ਆ ਉਹਦੇ ਨਾਲ ਕਿਉਂ ਨਹੀਂ ਜੁੜ ਸਕਦੇ? ਕਿਉਂਕਿ ਇੱਕ ਰੱਬ ਦੀ ਹੋਂਦ ਤੋਂ ਮੁਨਕਰ, ਦੂਜੀ ਸਭ ਕੁਝ ਰੱਬ ਨੂੰ ਮੰਨ ਕੇ ਬੈਠੀ ਹੈ। ਸਵਾਲ ਹੈ ਪ੍ਰੈਕਟੀਕਲ ਕੀ ਹੈਗਾ? ਨਹੀਂ, ਪ੍ਰੈਕਟੀਕਲੀ ਤਾਂ ਮੈਂ ਤੁਹਾਨੂੰ ਉਹੀ ਗੱਲ ਦੱਸੀ ਹੈ ਨਾ ਵੀ ਇੱਕ ਜਿਹੜੀ ਆ ਉਹ ਸਵੇਰ ਤੋਂ ਉੱਠ ਕੇ ਜਿਹੜੀ ਆ ਇਕੱਲੀ ਗੁਰੂ ਲੜਦੇ ਰਹੇ ਨੇਗੇ। ਕਿੱਦਾਂ? ਹੁਣ ਇਹ ਜਿਹੜੇ ਮੁਨਕਰ ਨੇ ਨਹੀਂ, ਉਹ ਇੱਕ ਪਰਮਾਤਮਾ ਨਹੀਂ ਲੜਿਆ, ਨਾ ਕਿ ਪਰਮਾਤਮਾ ਦੀ। ਨਹੀਂ ਦੇਖੋ, ਇੱਕ ਚੀਜ਼, ਨਹੀਂ ਦੇਖੋ, ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ। ਪ੍ਰੋਬਲਮ ਇੱਥੇ ਆਉਂਦੀ ਆ, ਜਿਹੜੇ ਗੁਰੂ ਸਾਹਿਬਾਨਾਂ ਨੇ ਲੜੇ ਨੇ ਉਹ ਇੱਕ ਪਰਮਾਤਮਾ ਦੇ ਲਈ ਲੜੇ ਨੇ। ਉਹਨਾਂ ਨੇ ਸਾਰੀ ਗੱਲ ਜਿਹੜੀ ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਵੀ ਅੱਲਾ ਹੈ ਨਹੀਂਗਾ। ਮੇਰੀ ਗੱਲ ਤਾਂ ਸੁਣ ਲਿਓ। ਮੌਜੂਦਾ ਯਾਨੀ ਕਿ ਸਿੱਖ ਲਹਿਰ ਹੈ, ਹਾਂਜੀ, ਉਹਨਾਂ ਨੇ ਗੁਰੂਆਂ ਦੇ ਵਿਚਾਰਾਂ ਦੀਆਂ ਧੱਜੀਆਂ ਉਡਾਈਆਂ ਨੇ। ਕਿਹੜੇ ਤਰੀਕੇ ਨਾਲ ਧੱਜੀਆਂ ਉਡਾ ਰਹੇ ਹੋ ਮੈਨੂੰ ਪਤਾ ਤਾਂ ਲੱਗੇ ਨਾ। ਮਾਨਸਕੀ ਜਾਂ ਸਭੇ ਕੋ ਪਹਿਚਾਨ, ਅਸੀਂ ਕਿਹਨੂੰ ਨਹੀਂ ਪਹਿਚਾਣਦੇ। ਇੱਕ ਪਿੰਡ ਦੇ ਵਿੱਚ ਹਨਾ। ਤੁਸੀਂ ਇੱਕ ਚੀਜ਼ ਦੱਸੋ, ਅੱਜ ਜਿਹੜਾ ਆਕਸੀਜਨ ਦਾ ਲੰਗਰ ਆ, ਕਿਤੇ ਕਿਹਾ ਜਾ ਰਿਹਾ, ਕਿਤੇ ਲਿਖ ਕੇ ਲੱਗਾ, ਤੁਸੀਂ ਪੜ੍ਹਿਆ ਵੀ ਇਹ ਇਕੱਲਾ ਸਿੱਖਾਂ ਲਈ ਆ? ਸੁਣੋ ਜੀ, ਹਾਂਜੀ, ਪੂਰੀ ਗੱਲ ਸੁਣੋ ਪਹਿਲਾਂ। ਹਾਂਜੀ, ਅੱਛਾ, ਦੂਜੀ ਗੱਲ, ਜਾਤ ਪਾਤ ਤੋੜਨ ਦਾ ਕਨਸੈਪਟ ਸੀਗਾ ਜੀ, ਟੁੱਟਿਆ। ਕਿੱਦਾਂ? ਜੱਟ ਸਿੱਖ, ਮਜ਼੍ਹਬੀ ਸਿੱਖ, ਰਮਦਾਸੀ ਸਿੱਖ, ਰਾਮਗੜੀਏ ਸਿੱਖ, ਫਲਾਣੇ ਸਿੱਖ, ਜੀ ਹਨਾ ਜੀ। ਇੱਕੋ ਪਿੰਡ ਦੇ ਵਿੱਚ 5-5 ਗੁਰਦੁਆਰੇ ਜੀ। ਇਹ ਕਿਹੜੇ ਫਲਸਫੇ ਨੇ ਦਿੱਤੇ ਨੇ? ਗੁਰੂਆਂ ਨੇ ਦਿੱਤੇ ਨਹੀਂਗੇ। ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ, ਪਰ ਇੱਕ ਚੀਜ਼ ਮੈਂ ਦੱਸਦਾ ਇਹਨਾਂ ਹੁਣ ਮੇਰੀ ਵੀ ਗੱਲ। ਹਾਂਜੀ, ਤੀਜੀ ਗੱਲ, ਹਾਂਜੀ, ਗੁਰੂ ਕਹਿੰਦੇ ਨੇ ਸੋ ਕਿਉ ਮੰਦਾ ਆਖੇ ਜਿੱਤ ਜੰਮੇ ਰਾਜ ਰਜਾਨ। ਜਾਨੀ ਕਿ ਬੀਬੀ ਹਰਪ੍ਰੀਤ ਕੌਰ, ਜਗੀਰ ਕੌਰ ਆਪਣੀ ਕੁੜੀ ਦਾ ਕਤਲ ਕਰ ਦਿੰਦੀ ਹੈ, ਇਸ ਕਰਕੇ ਵੀ ਉਹਨੇ ਆਪਣੇ ਪਸੰਦ ਦਾ ਮੁੰਡਾ ਪਸੰਦ ਕਰ ਲਿਆ। ਜੀ ਜੀ, ਚਲੋ ਤੁਸੀਂ ਪਹਿਲਾਂ ਕਰ ਲਓ। ਹਾਂਜੀ, ਮੈਂ ਫਿਰ ਕਰਦਾ। ਹਾਂਜੀ, ਇਹ ਮਸਲੇ ਹੈਗੇ ਨੇਗੇ। ਮੈਂ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ। ਮੈਂ ਤੁਹਾਨੂੰ ਹੁਣ ਇੱਕ ਗੱਲ ਦੱਸਦਾ ਵੀ ਵਿਦਿਅਕ ਸੰਸਥਾਵਾਂ ਜਿਵੇਂ ਅਸਾਈ ਮਿਸ਼ਨਰੀ ਕਰਦੀ ਹੈ, ਮੈਨੂੰ ਸਹਿਮਤ ਹੋ, ਮੈਂ ਨਾ ਮੰਮਾ, ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ। ਅੱਛਾ, ਹੁਣ ਮੈਂ ਸਿੱਖਿਆ ਦਾ ਮੁੱਦਾ, ਮੈਂ ਹੁਣ ਗੱਲ ਕਰ ਸਕਦਾ ਜੀ? ਪਹਿਲੇ ਨੰਬਰ ਤੇ ਇਹ ਗੱਲ ਆ ਵੀ ਤੁਸੀਂ ਜੇ ਤੇ ਸਿੱਖੀ ਲੱਭਣ ਚੱਲੇ ਹੋ, ਜਿਹੜੀ ਹੈਗੀ ਜਗੀਰ ਕੌਰ, ਉਹਦੀ ਐਗਜ਼ਾਮਪਲ ਦੇ ਕੇ ਮੇਰੇ ਵਿੱਚੋਂ, ਹਨਾ ਵੀ ਉਹਦੇ ਵਿੱਚੋਂ ਦੱਸ ਵੀ ਉਹਦੇ ਵਿੱਚੋਂ ਸਿੱਖੀ ਲੱਭ ਕੇ ਦਿਖਾ। ਤਾਂ ਉਹਦਾ ਜਿੰਨਾ ਵਿਰੋਧ ਅਸੀਂ ਕੀਤਾ ਉਹਨਾਂ ਸ਼ਾਇਦ ਕਿਸੇ ਨੇ ਵੀ ਨਾ ਕੀਤਾ। ਮੈਂ ਕਦੀ ਕਿਸੇ ਕਾਮਰੇਡ ਨੂੰ ਉਹਦਾ ਵਿਰੋਧ ਕਰਨ ਦੀ ਲੋੜ ਨਹੀਂ ਪਊਗੀ। ਅਸੀਂ ਐਜ਼ ਆ ਸਿੱਖ ਉਹਦਾ ਹਰ ਇੱਕ ਥਾਂ ਦੇ ਉੱਤੇ ਵਿਰੋਧ ਕੀਤਾ। ਜਿਹੜੀ ਹੈ ਕਿ ਅੱਜ ਗੁਰੂ ਘਰ ਦੇ ਵਿੱਚ ਉਹ ਕਮੇਟੀ ਦੇ ਵਿੱਚ ਬੈਠੀ ਆ, ਸਾਰੇ ਜਾਣਦੇ ਆ ਵੀ ਜਿਹੜੀ ਗੁਰੂ ਘਰ ਦੀ ਜਿਹੜੀ ਇਹਨਾਂ ਨੇ, ਕਿਉਂਕਿ ਸਿੱਖਾਂ ਦੀ ਜਦੋਂ ਇੱਕ ਵੱਡੀ ਲੀਡਰਸ਼ਿਪ ਜਿਹੜੀ ਆ ਉਹਦਾ ਕਤਲੇਆਮ ਹੋ ਗਿਆ, ਉਦੋਂ ਬਾਦਲ ਜਿਹੜਾ ਹੈਗਾ ਆ, ਬਾਦਲ ਧੜਾ ਆ, ਇਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਇਹ ਆਪਣਾ ਚੌਂਕੜਾ ਜਮਾ ਕੇ ਬਹਿ ਗਿਆ। ਜਿੰਨਾ ਚੱਕਰ ਇਹ ਚੌਂਕੜਾ ਨਹੀਂ ਪੱਟ ਹੁੰਦਾ, ਮੇਰੀ ਬੇਨਤੀ ਸੁਣ ਲਿਓ ਹੁਣ, ਉਹਨਾਂ ਚੱਕਰ ਅਸੀਂ ਅੱਜ ਸੰਘਰਸ਼ ਕਰ ਰਹੇ ਹਾਂ, ਕੱਲ੍ਹ ਵੀ ਕਰ ਰਹੇ ਸੀ, ਅੱਜ ਵੀ ਕਰ ਰਹੇ ਹਾਂ ਵੀ ਇਹ ਧੜਾ ਜਿਹੜਾ ਹੈਗਾ ਇਹ ਪੱਟ ਹੋਵੇ। ਉਹਦੇ ਵਿੱਚ ਤੁਸੀਂ ਜਾਣਦੇ ਹੋ, ਜੇ
ਉਹ ਅਸੀਂ ਸੰਘਰਸ਼ ਨਾ ਕਰਦੇ ਹੋਈਏ ਫਿਰ ਤੁਸੀਂ ਕਹੋ ਵੀ ਸਿੱਖਾਂ ਨੇ ਇਹਨੂੰ ਐਕਸੈਪਟ ਕਰ ਲਿਆ। ਦੂਜੀ ਜਿਹੜੀ ਜਾਤ ਪਾਤ ਦਾ ਕੰਸੈਪਟ ਦੀ ਤੁਸੀਂ ਗੱਲ ਕਰਦੇ ਹੋ, ਤੇ ਬਹੁਤ ਸਾਰੀ ਜਗ੍ਹਾਵਾਂ ਦੇ ਵਿੱਚ ਇਹ ਚੀਜ਼ ਬਿਲਕੁਲ ਹੀ ਹੈ ਨਹੀਂ ਗੀ। ਹੁਣ ਜਦੋਂ ਸਾਡੇ ਮੇਰਾ ਆਪਦਾ ਆਨੰਦ ਕਾਰਜ ਹੋਇਆ, ਤਾਂ ਮੈਂ ਅੱਜ ਤੱਕ ਨਹੀਂ ਕਦੀ ਪੁੱਛਿਆ ਸੀ ਵੀ ਮੇਰੀ ਸਿੰਘਣੀ ਜਿਹੜੀ ਆ ਉਹ ਕਿਹੜੇ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੀ ਹੈ। ਸਿਰਫ ਅਸੀਂ ਦੋਨੇ ਗੁਰਸਿੱਖ ਆ, ਬਸ ਗੱਲ ਨਿਬੜਦੀ ਹੋਈ। ਕਿੱਦਾਂ ਇਹ ਤਾਂ ਸਵਾਲਾਂ ਦਾ ਜਵਾਬ ਉਸ ਸਾਹਮਣੇ। ਨਹੀਂ ਮੈਂ ਦੇ ਰਿਹਾ, ਮੈਂ ਬਿਲਕੁਲ ਦੇ ਰਿਹਾ। ਜਿੱਥੇ ਦੇਖੋ, ਜਿੱਥੇ ਨਾ ਗਲਤ ਆ, ਮੈਂ ਉੱਥੇ ਉਹਨੂੰ ਗਲਤ ਕਹਿ ਰਿਹਾ। ਪਰ ਉਹਦੇ ਨਾਲ ਗੱਲ ਇਹ ਆ, ਜੇ ਅੱਜ ਕੋਈ ਬੰਦਾ ਸਿੱਖੀ ਕਕਾਰ ਪਾ ਕੇ, ਮੈਂ ਤਾਂ ਤੁਹਾਨੂੰ ਇੱਥੋਂ ਤੱਕ ਵੀ ਦੱਸਤਾ ਵੀ ਅੱਜ ਉਹ ਵੀ ਬੰਦੇ ਹੈਗੇ ਆ ਜਿਹੜੇ ਕੱਲ ਸਿੰਘਾਂ ਨੂੰ ਮਾਰ ਕੇ ਤੇ ਮਾਰਿਆ ਸੀਗਾ ਤੇ ਭੱਜ ਗਿਆ ਸੀ, ਤਾਂ ਉਹਦੇ ਭਰਾ ਨੇ ਇਨਾਮ ਲੈ ਲਿਆ ਸੀ। ਅੱਜ ਉਹ ਗਾਤਰਾ ਪਾ ਕੇ ਘੁੰਮਣ ਡਿਆ, ਜਦ ਕਿ ਹੈ ਉਹ ਕੱਟੜ ਕਾਮਰੇਡ ਆ। ਪਾਇਆ ਉਹਦੇ ਗਾਤਰਾ, ਉਹ ਗਰਾਹਾਂ ਸਿਰ ਤੇ ਪੱਗ ਬੰਨ ਕੇ ਬੈਠਾ ਹੈ, ਉਹ ਕਹਿੰਦਾ ਮੈਂ ਕਾਮਰੇਡ ਆ। ਜਿਹੜਾ ਦੂਜਾ ਕੀ ਇਹਦਾ ਨਾਂ, ਰੁਲਦੂ ਸਿੰਘ ਆ, ਉਹ ਵੀ ਕਹਿੰਦਾ ਮੈਂ ਕਮਿਊਨਿਸਟ ਆ, ਸਿਰ ਤੇ ਪੱਗ ਬੰਨੀ ਆ। ਹੁਣ ਮੈਨੂੰ ਤੁਸੀਂ ਦੱਸ ਦਿਓ ਵੀ ਕਿਹੜੇ ਚੀਨ ਦੇ ਵਿੱਚ ਕਮਿਊਨਿਸਟ ਪੱਗਾਂ ਬੰਨ੍ਹਦੇ ਆ? ਜੇ ਉਹ ਵਿਚਾਰਧਾਰਾ ਨੂੰ ਅਸੀਂ ਕਿੱਦਾਂ ਐਕਸੈਪਟ ਕਰ ਲਈਏ ਜਿਹੜੀ ਆਪਣੇ ਮੂਲ ਰੂਪ 'ਚ ਹੀ ਨਹੀਂ ਆਉਣਾ ਚਾਹੁੰਦੀ? ਹਾਂਜੀ ਤੁਸੀਂ ਦੱਸ ਦਿਓ। ਜਿਹੜੀ ਕਮਿਊਨਿਸਟ ਵਿਚਾਰਧਾਰਾ, ਮੇਰੀ ਬੇਨਤੀ ਸੁਣਿਓ, ਕਮਿਊਨਿਸਟ ਵਿਚਾਰਧਾਰਾ ਜਿਹੜੀ ਆ ਉਹ ਤੁਹਾਡੇ ਜ਼ਮੀਨ ਦਾ ਤੁਹਾਨੂੰ ਹੱਕ ਦਿੰਦੀ ਆ? ਬਹੁ ਭਾਰਤੀ ਦੇਸ਼ ਹੈ। ਹਾਂਜੀ ਬਿਲਕੁਲ, ਜਿਹਨੂੰ ਅਸੀਂ ਗਣਰਾਜ ਕਹਿੰਦੇ ਆਂਗੇ ਜੀ। ਇਹਦਾ ਮਤਲਬ ਉਹ ਰਾਜਾਂ ਦਾ ਸਮੂਹ ਹੈ। ਬਿਲਕੁਲ ਸਮੂਹ ਹੈ ਜੀ, ਜਿੱਥੇ ਵੱਖ-ਵੱਖ ਨਸਲਾਂ, ਜਾਤਾਂ, ਭਾਸ਼ਾਵਾਂ, ਬਿਲਕੁਲ ਹੈਗੀ, ਕੌਮੀਅਤਾਂ ਨਹੀਂ ਆ। ਬਿਲਕੁਲ ਜੀ, ਹਨਾ ਜੀ ਹੈਗੀ। ਤੇ ਜਿਹਦੇ ਵਿੱਚੋਂ ਇਹ ਫੈਡਰਲ ਢਾਂਚੇ ਦੀ ਵੀ ਮੰਗ ਉੱਠਦੀ ਹੈ। ਜੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਮੰਗ ਵੀ ਉੱਠਦੀ ਹੈ। ਸਾਰੀਆਂ ਉੱਠੀਆਂ, ਸਾਰੀਆਂ ਉੱਠੀਆਂ। ਹਾਂਜੀ, ਇਸ ਗੱਲ ਨੂੰ ਸਮਝਣਾ ਪਊਗਾ। ਨਹੀਂ ਮੈਂ ਉਸ ਗੱਲ ਤੋਂ, ਸੱਭਿਆਚਾਰ ਹੈ ਪੱਗ ਬੰਨ੍ਹਣਾ ਪੰਜਾਬ ਦਾ। ਨਹੀਂ ਜੀ, ਇਹ ਸੱਭਿਆਚਾਰ ਨੇ, ਗੁਰੂ ਮਹਾਰਾਜ ਨੇ ਬਖਸ਼ੀ ਹੋਈ ਆ ਤਾਂ ਪੰਜਾਬ 'ਚ ਵੱਜ ਰਹੀਆਂ ਆ। ਇਹਨਾਂ ਦਸਤਾਰਾਂ ਲਈ ਸਿਰ ਦਿੱਤੇ ਨੇ ਮਹਾਰਾਜ, ਇਹਨਾਂ ਦਸਤਾਰਾਂ ਲਈ ਅਸੀਂ ਸਿਰ ਦਿੱਤੇ ਨੇ। ਪਰ ਗੱਲ ਇਹ ਆ ਵੀ ਸਿਰ ਦੇ ਉੱਤੇ ਦਸਤਾਰ ਸਜਾ ਕੇ ਗਲ ਦੇ ਵਿੱਚ ਗਾਤਰਾ ਪਾ ਕੇ ਕਹਿੰਦੇ ਅਸੀਂ ਕਾਮਰੇਡ ਆ, ਜਦ ਕਿ ਜਿਹੜੀਆਂ ਜ਼ਮੀਨਾਂ ਦੀ ਗੱਲ, ਜੇ ਦੇਖੋ ਮੇਰੀ ਗੱਲ ਸੁਣੋ, ਤੁਸੀਂ ਕਿਹਾ ਵੀ ਸਿੱਖੀ ਐਸਟੀ ਨੂੰ ਨਹੀਂ ਮੰਨਦੇ, ਪਰ ਕਾਮਰੇਡ, ਤੁਸੀਂ ਮੈਨੂੰ ਇਹ ਦੱਸੋ ਨਾ ਵੀ ਜਿਹੜੀ, ਜੇ ਤੁਸੀਂ ਇੱਕ ਗੱਲ, ਮੇਰਾ ਭਰਾ ਮੇਰੀ ਬੇਨਤੀ ਸੁਣਿਓ, ਹੁਣ ਕਾਮਰੇਡ ਜਿਹੜੀ ਕਮਿਊਨਿਸਟ ਵਿਚਾਰਧਾਰਾ ਆ, ਇਹ ਮੰਨਦੀ ਆ ਕਿ ਜ਼ਮੀਨਾਂ ਜਿਹੜੀਆਂ ਉਹ ਆਪਦੀਆਂ ਹੋਣੀਆਂ ਚਾਹੀਦੀਆਂ ਜਾਂ ਉਹ ਸੈਂਟਰ ਦੇ ਅਧੀਨ ਚਾਹੀਦੀਆਂ? ਨਹੀਂ, ਕਿਹਦੇ ਅਧੀਨ ਮੰਗਦੀਆਂ? ਉਹ ਖੁਦ ਮੁਖਤਿਆਰੀ ਦੀ ਗੱਲ ਕਰਦੀਆਂ। ਤੁਸੀਂ ਰੂਸ ਦੀ ਐਗਜ਼ਾਮਪਲ ਲੈ ਲਓ, ਚੀਨ ਦੀ ਐਗਜ਼ਾਮਪਲ ਲੈ ਲਓ, ਜਿਹੜੇ ਮਰਜ਼ੀ ਦੇਸ਼ ਦੀ ਐਗਜ਼ਾਮਪਲ ਲੈ ਲਓ। ਪਹਿਲਾ ਪ੍ਰਮੁੱਖ ਨਾਰਾ ਇਹ ਹੈ, ਹਾਂਜੀ, ਵੀ ਜੋ ਜ਼ਮੀਨ ਤੇ ਕਿਰਤ ਕਰਦਾ ਜ਼ਮੀਨ ਉਹਦੀ ਹੋਣੀ ਚਾਹੀਦੀ ਹੈ। ਇੱਕ ਗੱਲ ਫਿਰ ਉਹ ਮੰਨੋ, ਫਿਰ ਆਪਾਂ ਨੂੰ ਇਹ ਪਹਿਲਾਂ ਇਹ ਕਮਿਊਨਿਸਟਾਂ ਨੂੰ ਚਾਹੀਦਾ ਵੀ ਇਹ ਕਹਿਣ ਵੀ ਜਿਹੜੇ ਕਮਿਊਨਿਸਟ ਦੀ ਗੱਲ ਜਿਹੜੀ ਹੈਗੀ ਹੈ, ਜਿਹੜੇ ਬਾਕੀ ਦੇਸ਼ਾਂ 'ਚ ਕਮਿਊਨਿਸਟ, ਉਹ ਗਲਤ ਆ ਵਿਚਾਰਧਾਰਾ। ਉਹ ਫਿਰ ਤੁਸੀਂ ਦੇਖੋ ਨਾ, ਜਿਹੜੀ ਵਿਚਾਰਧਾਰਾ ਦੀ ਹਾਮੀ ਭਰ ਰਹੇ ਹੋ ਉਹਦੇ ਮੁੱਢਲੇ ਸਿਧਾਂਤ ਤੁਸੀਂ ਨੈਟ ਤੇ ਕੱਢ ਕੇ ਦੇਖ ਲਓ। ਮੈਂ ਕੱਲ ਇੱਕ ਵੀਡੀਓ ਵੀ ਪਾ ਕੇ ਹਟਿਆ, ਹਜੇ ਮੈਂ ਅਗਲੀ ਵੀ ਪਾਉਣੀ ਆ। ਨੈਟ ਤੇ ਕੀ ਆ, ਨੈਟ ਤੇ ਤਾਂ ਜਾਨੀ ਕਿ ਨਹੀਂ ਮਾਨ ਦੇ ਖਿਲਾਫ ਵਿਕੀਪੀਡੀਆ ਤੇ ਨਹੀਂ ਉਹ ਬਕਵਾਸ ਕੀਤਾ, ਨਹੀਂ ਕੀ ਵਿਸ਼ਵਾਸ ਕਰਾਂ? ਮੇਰੀ ਨਹੀਂ ਵਿਸ਼ਵਾਸ ਨਾ ਕਰੋ। ਉੱਥੋਂ ਦੀ ਜਿਹੜੀ ਹੈਗੇ, ਜਿਹੜੇ ਉੱਥੇ ਜਿਹੜੇ ਹੁਣ ਜਿਹੜਾ ਰਸ਼ੀਆ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਪੜ੍ਹ ਲਓ, ਉੱਥੋਂ ਦੇ ਜਿਹੜੇ ਉੱਥੋਂ ਦੇ ਇਤਿਹਾਸ ਉਹਨੂੰ ਪੜ੍ਹ ਲਓ, ਸਾਰੀਆਂ ਚੀਜ਼ਾਂ ਨੂੰ ਪੜ੍ਹ ਲਓ। ਖੋਜ ਤਾਂ ਸਾਡੀ ਇੱਥੋਂ ਬਣੇਗੀ ਨਾ ਵੀ ਕੀ ਉਹ ਜ਼ਮੀਨਾਂ ਦਾ ਅਧਿਕਾਰ ਦਿੰਦੇ ਆ? ਕਿ ਕੋਰੀਆ ਦੇ ਵਿੱਚ, ਕਿ ਰਸ਼ੀਆ ਦੇ ਵਿੱਚ ਇਹ ਗੱਲ ਨਹੀਂ ਹੋਈ ਕਿ ਜਿਹੜੀ ਹੈਗੀ ਆ ਜ਼ਮੀਨਾਂ ਆ ਤੁਹਾਡੇ ਘਰ-ਬਾਰ, ਉਹਦੇ ਉੱਤੇ ਹੱਕ ਜਿਹੜਾ ਚਾਹੀਦਾ ਉਹ ਸੈਂਟਰ ਸਰਕਾਰ ਦਾ ਚਾਹੀਦਾ? ਮੈਂ ਵੀਰੇ ਕੱਲਾ ਪ੍ਰੂਫ ਨਾਲ ਪਾ ਰਿਹਾ। ਇਹ ਚਾਈਨਾ 'ਚ ਵੀ ਲਾਗੂ ਹੋਇਆ, ਤੁਹਾਨੂੰ ਇੱਥੋਂ ਤੱਕ ਵੀ ਦੱਸਦੇ ਆ। ਹਾਂਜੀ, ਹਨਾ, ਜ਼ਮੀਨ ਜੇ ਸਭ ਤੋਂ ਵੱਧ ਦਿੱਤੀ ਗਈ ਹਿੰਦੁਸਤਾਨ ਦੇ ਵਿੱਚੋਂ ਬੰਗਾਲ ਦੇ ਵਿੱਚ ਦਿੱਤੀ ਗਈ। ਮੈਂ ਇਹ ਪੁੱਛ ਰਿਹਾ ਵੀ ਜਿੱਥੋਂ ਇਹ ਵਿਚਾਰਧਾਰਾ ਨਿਕਲ ਕੇ ਆ ਰਹੀ ਆ, ਉੱਥੋਂ ਉਹ ਖੋ ਰਹੀ ਆ, ਤੁਸੀਂ ਕਹਿੰਦੇ ਅਸੀਂ ਦੇ ਰਹੇ ਆ। ਮਾਰਕਸਵਾਦ ਇੱਕ ਵਿਗਿਆਨ ਹੈਗਾ। ਮੈਂ ਤੁਹਾਨੂੰ ਇਹ ਪੁੱਛ ਰਿਹਾ, ਦੇਖੋ ਵੀਰੇ ਗੱਲ ਇਹ ਆ ਕਿ ਤੁਸੀਂ ਦੇਖੋ, ਮੈਨੂੰ ਤੁਸੀਂ ਆਪਣੇ ਧੁਰ ਨਾਲ ਕਹਿੰਦੇ ਵੀ ਜੁੜ ਕੇ ਉੱਥੋਂ ਗੱਲ ਸਟਾਰਟ ਕਰਕੇ ਕਰ, ਤੁਸੀਂ ਆਪ ਕਹਿ ਰਹੇ ਹੋ ਮੈਂ ਉੱਥੋਂ ਗੱਲ ਨਹੀਂ ਕਰਨੀ। ਉਹ ਤੁਹਾਨੂੰ ਪਿੱਛੋਂ ਦੇਖਣਾ ਪਵੇਗਾ ਨਾ ਵੀ ਵਿਚਾਰਧਾਰਾ ਕੀ ਸੀ। ਜੇ ਵਿਚਾਰਧਾਰਾ, ਦੇਖੋ ਵੀਰੇ, ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਨਾ, ਫਿਰ ਸਾਨੂੰ ਆਪਣੀ ਪੂਰੀ ਮੂਲ ਵਿਚਾਰਧਾਰਾ ਤੇ ਗੱਲ ਕਰਨੀ ਪਊਗੀ। ਮੈਂ ਕੀਤੀ, ਤੁਸੀਂ ਮੇਰੇ ਤੋਂ ਜਗੀਰ ਕੌਰ ਦਾ ਨਾਂ ਲਿਆ, ਮੈਂ ਤੁਹਾਨੂੰ ਖੁਦ ਕਿਹਾ ਵੀ ਭਾਜੀ ਇਹ ਗੱਲ ਬਿਲਕੁਲ ਜਗੀਰ ਕੌਰ ਜਿਹੜੀ ਹੈਗੀ ਆ ਉਹ ਸਾਡੇ ਤੇ ਥੋਪੀ ਗਈ ਔਰ ਅਸੀਂ ਸਟਰਗਲ ਕਰ ਰਹੇ ਹਾਂ ਵੀ ਮਹਾਰਾਜ ਕਿਰਪਾ ਕਰਨਾ ਇੱਕ ਨਾ ਇੱਕ ਦਿਨ ਜਿਹੜਾ ਹੈਗਾ ਉਹਨਾਂ ਤੋਂ ਸਾਨੂੰ ਨਿਜਾਤ ਮਿਲੇ। ਮੈਂ ਤੁਹਾਡੇ ਕੋਲ ਮੁੱਕਰਿਆ ਥੋੜੀ, ਕੋਈ ਡਿਫੈਂਡ ਕੀਤਾ? ਮੈਂ ਤੁਹਾਡੇ ਨਾਲ ਬਿਲਕੁਲ ਭਰਾਵਾਂ ਵਾਂਗੂ ਗੱਲ ਕਰ ਰਿਹਾ। ਪਰ ਨਾਲ ਦੀ ਨਾਲ ਜਦੋਂ ਕਮਿਊਨਿਸਟ ਵਿਚਾਰਧਾਰਾ ਤੇ ਗੱਲ ਹੋਊਗੀ, ਪ੍ਰੋਬਲਮ ਇਹ ਹੈ ਕਿ ਇਸ ਵਿਚਾਰਧਾਰਾ ਤੇ ਗੱਲ ਕੀਤੀ ਨਹੀਂ ਗਈ, ਕਿਉਂਕਿ ਇਹ ਬਿਲਕੁਲ ਸਿੱਖਾਂ ਵਾਲਾ ਚਿਹਰਾ ਮੋਹਰਾ ਬਣਾ ਕੇ ਸਾਡੇ ਸ਼ਾਮਲ ਕੀਤੀ ਜਾ ਰਹੀ ਹੈ। ਜਿੱਦਣ ਵਿਚਾਰ ਹੋ ਗਈ ਨਾ ਇੱਥੇ, ਇਹ ਠੀਕ ਹੈ ਵੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਫਲਸਫਾ ਸੀ ਉਹ ਮਾਰਕਸਵਾਦ ਸੀਗਾ,
ਜੇ ਅਸੀਂ ਇੰਪਲੀਮੈਂਟ ਨਹੀਂ ਕਰ ਸਕੇ ਇਹਦੇ ਤੇ ਊਣਤਾਈਆਂ ਤਾਂ ਸਾਡੇ ਚ ਰਹੀਆਂ ਨਹੀਂ ਆ। ਨਹੀਂ 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 ਨਹੀਂ, ਤੁਹਾਡੇ ਦੇ ਵਿੱਚ ਇਹ ਊਣਤਾਈਆਂ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਲਾਗੂ ਨਹੀਂ ਕਰ ਸਕੇ। ਤੁਹਾਡੀ ਪ੍ਰੋਬਲਮ ਮੈਂ ਦੱਸਦਾ ਭਾਜੀ, ਪ੍ਰੋਬਲਮ ਇਹ ਆ ਕਿ ਤੁਸੀਂ ਉਹ ਸੀ ਕੁਝ ਹੋਰ, ਤੁਸੀਂ ਉਹਨੂੰ ਕੁਝ ਹੋਰ ਬਣਾ ਕੇ ਪੇਸ਼ ਕਰ ਰਹੇ ਹੋ। ਉਹ ਕਹਿ ਰਹੀ ਹੈ ਵੀ ਜ਼ਮੀਨਾਂ ਘਰ-ਬਾਰ ਜਿਹੜੇ ਆ ਇਹ ਸਰਕਾਰ ਦੇ ਅਧੀਨ ਚਾਹੀਦੇ, ਤੁਸੀਂ ਕਹਿੰਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਇਹ ਫਰਕ ਪੈ ਰਿਹਾ ਆ। ਨਹੀਂ, ਅਸੀਂ ਕਹਿੰਦੇ ਆ ਨਿੱਜੀ ਸੰਪਤੀ ਦਾ ਖਾਤਮਾ ਹੋਣਾ ਚਾਹੀਦਾ ਹੈ। ਕਿਸ ਤਰੀਕੇ ਨਾਲ? ਹੇਰ-ਫੇਰ ਨਾ ਹੈਗਾ ਉਹ। ਨਹੀਂ, ਮੈਂ ਬਿਲਕੁਲ ਨਹੀਂ ਕੀਤਾ, ਮੈਂ ਕਲੀਅਰ ਸ਼ਬਦ ਰੱਖੇ ਆ। ਅਸੀਂ ਕਮਿਊਨਿਸਟ ਪਾਰਟੀ ਕਹਿੰਦੀ ਹੈ ਹਾਂਜੀ ਵੀ ਨਿੱਜੀ ਜਾਇਦਾਦ ਦਾ ਖਾਤਮਾ ਹੋਣਾ ਚਾਹੀਦਾ ਹੈਗਾ। ਤੇ ਫਿਰ ਆਪਾਂ ਯਾਨੀ ਕਿ ਐਗਰੋ ਆਧਾਰ ਤੇ, ਯਾਨੀ ਕਿ ਸਾਂਝੇ ਤੌਰ ਤੇ ਇਹ ਨਹੀਂ, ਪਰ ਫਿਰ ਇਹ ਜਿਹੜੀ ਗੱਲ ਆ ਅੱਜ ਜਿਹੜੀ ਗੱਲ ਆ, ਉਹ ਫਿਰ ਜਦੋਂ ਇਹ ਕਹਿੰਦੇ ਨੇ ਵੀ ਤੁਹਾਡੀਆਂ ਜ਼ਮੀਨਾਂ ਤੁਹਾਡਾ ਹੱਕ ਹੋਣਾ ਚਾਹੀਦਾ, ਉੱਥੇ ਫਿਰ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਜਿਹੜੀ ਜ਼ਮੀਨ ਆ ਫਿਰ ਅੰਦੋਲਨ ਵਿੱਚ ਸਾਨੂੰ ਇਹ ਮੰਗ ਨਹੀਂ ਰੱਖਣੀ ਚਾਹੀਦੀ ਤੁਹਾਨੂੰ ਉੱਥੇ ਵੀ ਜਿਹੜੀ ਜ਼ਮੀਨ ਹੈ ਨਾ ਉਹ ਕਿਸਾਨਾਂ ਕੋਲ ਬਚੇ, ਨਾ ਉਹ ਮੋਦੀ ਨੂੰ ਉਹ ਜਾਵੇ, ਅਡਾਨੀ ਨੂੰ ਉਹ ਮੋਦੀ ਨੂੰ ਜਾਂਦੀ ਜਾਵੇ, ਕਿਉਂਕਿ ਸੈਂਟਰ 'ਚ ਤਾਂ ਮੋਦੀ ਬੈਠਾ ਨਾ, ਉਹ ਲੋਕਤੰਤਰੀ ਤਰੀਕੇ ਨਾਲ ਉਹ ਸਰਕਾਰ ਬਣਾ ਕੇ ਬੈਠਾ। ਉਹ ਲੋਕਤੰਤਰੀ ਢੰਗ ਨਾਲ ਬਣਾ ਕੇ ਬੈਠਾ ਜੀ। ਤੁਹਾਨੂੰ ਕੀ ਲੱਗਦਾ ਨਹੀਂ ਆ? ਲੋਕਤੰਤਰ ਦਾ ਚਿਹਰਾ ਆਪਣਾ ਇੱਕ ਢੌਂਗ ਜੀ। ਫਿਰ ਆਪਾਂ ਨੂੰ ਇਹ ਵੀ ਕਹਿਣਾ ਪਊ ਵੀ ਮਮਤਾ ਵੀ ਗਲਤ ਬਣੀ ਹੈ। ਦੇਖੋ ਗੱਲ ਫਿਰ ਉਸੇ ਤਰੀਕੇ ਨਾਲ ਵੋਟਾਂ 'ਚ ਉਹ ਜਿੱਤ ਰਹੀ ਹੈ ਜਿਸ ਤਰੀਕੇ ਨਾਲ ਵੋਟਾਂ 'ਚ ਇਹ ਜਿੱਤ ਰਿਹਾ। ਔਰ ਨਾਲ ਦੀ ਨਾਲ ਮੈਂ ਦੇਖੋ ਕੋਈ ਮੋਦੀ ਦੀ ਤਰਫਦਾਰੀ ਨਹੀਂ ਕਰ ਰਿਹਾ, ਮੈਂ ਮੰਨਦਾ ਵੀ ਉਹ ਸਿਰੇ ਦਾ ਬੇਕਾਰ ਬੰਦਾ ਆ, ਘਟੀਆ ਇਨਸਾਨ ਆ। ਚੀਜ਼ਾਂ ਨਿਕਲ ਰਹੀਆਂ ਨੇਗੀਆਂ। ਨਹੀਂ 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 ਜੀ, ਨਹੀਂ 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 ਨਹੀਂ, ਮੈਂ ਕੰਫਿਊਜ਼ ਬਿਲਕੁਲ ਨਹੀਂ ਹੋਇਆ। ਮੈਂ ਤੁਹਾਨੂੰ ਕਲੀਅਰਲੀ ਗੱਲ ਪੁੱਛ ਰਿਹਾ। ਮੰਨ ਲਓ, ਚਲੋ ਆਪਾਂ ਇੱਕ ਕੰਮ ਕਰਦੇ, ਮੰਨ ਲਓ ਮੇਰੀ ਬੇਨਤੀ ਸੁਣਿਓ, ਹੁਣ ਮੇਰੀ ਬੇਨਤੀ ਸੁਣਿਓ, ਇੱਕ ਇਹਨੂੰ ਆਪਾਂ ਇਦਾਂ ਲੈ ਲੈਂਦੇ ਹਾਂ। ਮੰਨ ਲਓ ਅੱਜ ਮਮਤਾ ਦੀ ਸਰਕਾਰ ਬਣ ਜਾਂਦੀ ਸਾਰੇ ਦੇਸ਼ ਦੇ ਵਿੱਚ, ਠੀਕ ਆ ਜੀ, ਜ਼ਮੀਨਾਂ ਜਿਹੜੀਆਂ ਨੇ ਉਹ ਬਿਲਕੁਲ ਸੈਂਟਰ ਦੇ ਅਧੀਨ ਚਲੇ ਗਈਆਂ। ਗਾਂ ਅਗਲੀ ਵਾਰੀ ਮੋਦੀ ਜਾਂ ਸੋਨੀਆ ਗਾਂਧੀ ਬਣ ਗਈ, ਫਿਰ ਉਹਨੂੰ ਕਿੱਦਾਂ ਕਹੋਗੇ ਸਾਡੀਆਂ ਜ਼ਮੀਨਾਂ ਵਾਪਸ ਕਰੋ? ਸੈਂਟਰ ਦੇ ਅਧੀਨ ਕਿਉਂ ਜਾਣਗੀਆਂ ਜੀ? ਤੇ ਤੁਸੀਂ ਉਹ ਪੜ੍ਹ ਲਓ ਵੀਰੇ ਵੀ ਜੇ ਸਰਕਾਰ ਦੇ ਅਧੀਨ ਸਾਰੀਆਂ ਜਾਣਗੀਆਂ, ਮਾਲਕੀ ਸਰਕਾਰ ਦੀ ਹੋਏਗੀ। ਸ਼ਬਦਾਂ ਦਾ ਸ਼ਬਦ ਦੇਖੋ। ਹਾਂਜੀ, ਜ਼ਮੀਨ ਦਾ ਕੇਂਦਰੀਕਰਨ ਹੋਣਾ ਚਾਹੀਦਾ ਸੀ। ਕਿਸ ਤਰੀਕੇ ਨਾਲ ਕਰੋਗੇ ਉਹਨੂੰ? ਐਜੂਕੇਸ਼ਨ ਦਾ ਕੇਂਦਰੀਕਰਨ। ਨਹੀਂ, ਕੇਂਦਰੀਕਰਨ ਕਰੋਗੇ ਕਿੱਦਾਂ? ਜ਼ਮੀਨ ਤੇ ਆਪਾਂ ਪਹਿਲਾਂ ਗੱਲ ਕਰ ਲੈਨੂੰ, ਤਾਂ ਕੇਂਦਰੀਕਰਨ ਕਰੋਗੇ ਕਿੱਦਾਂ? ਜੇ ਸੱਤਾ ਹੋਊਗੀ ਤਾਂ ਕਰਾਂਗੇ। ਨਹੀਂ, ਕਰੋਗੇ ਕਿਸ ਤਰੀਕੇ ਨਾਲ? ਕੋਈ ਤੁਹਾਡੇ ਕੋਲ ਨਹੀਂ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੋਈ ਸੋਚ ਤਾਂ ਹੋਊਗੀ ਵੀ ਅਸੀਂ ਇਸ ਤਰੀਕੇ ਨਾਲ ਕਰਾਂਗੇ। ਜਦੋਂ ਬਗਾਜ ਸੀ, ਬਰਗਾ ਆਪਰੇਸ਼ਨ ਚੱਲਿਆ, ਲੋਕਾਂ ਨੂੰ ਜ਼ਮੀਨ ਕਹਿੰਦਾ ਵੰਡੀ ਗਈ ਹਨਾ। ਜਦੋਂ ਕਮਿਊਨਿਸਟ ਖੁਦ ਵੀ ਹਨਾ ਬਿਰਲੇ ਟਾਟਿਆਂ ਨਾਲ ਰਲ ਕੇ ਨੰਦੀਗ੍ਰਾਮ ਵਿੱਚ, ਸੰਗੂਰ ਦੇ ਵਿੱਚ, ਲਾਲਗੜ੍ਹ ਦੇ ਵਿੱਚ ਹਨਾ ਜ਼ਮੀਨਾਂ ਅਕਵਾਇਰ ਕਰਕੇ ਉਹਨਾਂ ਨੂੰ ਦੇਣ ਲੱਗੇ, ਉਹ ਤੋਂ ਖਲਾਰਾ ਪੈ ਗਿਆ ਸੀਪੀਐਮ ਦਾ ਸਾਰੀ ਦਾ। ਕਿਉਂਕਿ ਸਵਾਲ ਜਨਤਾ ਦੀ ਮਾਨਸਿਕਤਾ, ਉਹਦੇ ਦਿਮਾਗ ਨੂੰ ਰੀਡ ਨਹੀਂ ਕੀਤਾ। ਔਰ ਜਿਹੜੇ ਲੋਕਾਂ ਦੇ ਖਿਲਾਫ ਬਗਾਵਤ ਸੀ ਵੀ ਆ ਬਿਰਲੇ ਨੇ, ਟਾਟੇ ਨੇ, ਡਾਲਮੀਆਂ ਨੇ, ਨਹੀਂ ਉਹ ਤੇ ਦੇਖੋ ਉਹ ਤੁਸੀਂ ਫਿਰ ਪਤਾ ਗੱਲ ਕੀ ਹੋ ਰਹੀ ਆ। ਆਪਾਂ ਗੱਲ ਛੋਟੇ ਲੈਵਲ ਤੇ ਆਪਾਂ ਰੱਖੀ ਹੈ ਨਾ, ਉਹ ਮੇਰੇ ਖਿਆਲ ਨਾਲ ਆਪਣੀ ਗੱਲ ਕਲੀਅਰ ਹੋ ਜਾਓ। ਆਪਣੇ ਦੋਵਾਂ ਭਰਾਵਾਂ ਦੇ ਵਿੱਚ ਹੀ ਗੱਲ ਦੀ ਕਲੈਰੀਫਿਕੇਸ਼ਨ ਨਹੀਂ ਨਿਕਲ ਰਹੀ। ਮੈਂ ਕਹਿ ਰਿਹਾ ਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਜ਼ਮੀਨ ਦਾ ਕੇਂਦਰੀਕਰਨ ਕਰਨਾ, ਉਹ ਕਰਨਾ ਕਿਵੇਂ? ਉਹਦਾ ਕੋਈ ਤੁਸੀਂ ਸੋਚ ਤਾਂ ਸੋਚੀ ਹੋਊਗੀ। ਤੁਹਾਨੂੰ ਵੀ ਹੁਣ ਇੰਨੇ ਸਾਲ ਹੋ ਗਏ ਆ, 45 ਈਅਰ ਤੇ ਤੁਸੀਂ ਆਪਣੀ ਏਜ ਹੋ ਗਈ ਆ। ਅਸੀਂ ਚਾਹੁੰਦੇ ਆ ਹਾਂਜੀ ਜ਼ਮੀਨ ਦਾ ਐਗਰੋ ਆਧਾਰਿਤ ਕੰਮ ਹੋਵੇ, ਸਾਂਝੀ ਖੇਤੀ ਹੋਵੇ, ਰਲ ਮਿਲ ਕੇ ਕੰਮ ਹੋਵੇ। ਨਹੀਂ, ਰਲ ਮਿਲ ਕੇ ਉਹ ਕੰਮ ਹੋਏ। ਦੇਖੋ ਕਹਿਣਾ ਬਹੁਤ ਸੌਖਾ, ਏਦਾਂ ਤੇ ਮੈਂ ਕਹਿ ਦਿੰਦਾ। ਕਹਿਦਾ ਨਹੀਂ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹੈਗਾ, ਤੁਸੀਂ ਪੜਤਾਲ ਵੀ ਕਰ ਲਿਓ। ਹੁਣ ਹੁਸ਼ਿਆਰਪੁਰ ਦੇ ਵਿੱਚ ਇੱਕ ਪਿੰਡ ਹੈਗਾ ਹਨਾ। ਅੱਛਾ, ਉੱਥੋਂ ਦੀ ਜਿੰਨੀ ਜ਼ਮੀਨ ਹੈ ਕੁੱਲ ਉਹਨਾਂ ਕੋਲੇ 22 ਟਰੈਕਟਰ ਨੇਗੇ। ਠੀਕ ਹੈ, ਉਹ 22 ਟਰੈਕਟਰ ਸਾਰੀ ਜ਼ਮੀਨ ਨੂੰ ਇਕੱਠੀ ਕਰਦੇ ਨੇ, ਵਾਹੁੰਦੇ ਨੇ, ਬੀਜਦੇ ਨੇ, ਵੱਢਦੇ ਨੇ, ਕੱਟਦੇ ਨੇ, ਵੇਚਦੇ ਨੇ। ਇਹ ਇੱਕ ਕਾਮਨ ਹੋ ਗਿਆ। ਇਹ ਹੁਣ ਮਾਓ ਨੇ ਯਾਨੀ ਕਿ ਕਿਉਂ ਕਿਹਾ ਸੀਗਾ ਵੀ ਸੱਭਿਆਚਾਰਕ ਇਨਕਲਾਬ ਦੀ ਵੀ ਲੋੜ ਹੈਗੀ। ਜੀ ਜੀ, ਦਿਮਾਗੀ ਤੌਰ ਤੇ ਵੀ ਮਾਓ ਨੇ ਚਿੜੀਆਂ ਵੀ ਮਾਰਤੀਆਂ ਸੀ ਨਾ। ਹੁਣ ਸਾਡੇ ਤਾਂ ਹੁਣ ਇਹ ਹੈ ਵੀ ਜੇ ਵੱਟ ਕੋਈ ਵੱਢ ਲੈ ਕਤਲ ਕਰ ਦਿੰਦੇ ਆ ਜੀ।
ਹਾਂ ਇਹ ਇੱਕ ਇਹ ਵੱਡਾ ਮੈਂ ਮਸਲਾ ਹੈਗਾ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ, ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਤੁਸੀਂ ਕਹਿੰਦੇ ਬੱਟ ਦੇ ਪਿੱਛੇ ਆਪਾਂ ਨਾ ਬੰਦਾ ਵੀ ਮਾਰ ਦਿੰਦੇ ਹਨਾ। ਇਹ ਤਕਰੀਰਾਂ ਜਿਹੜੀਆਂ ਨੇ ਬੰਦੇ ਮਾਰਨ ਵਾਲੀਆਂ, ਵੀ ਬੱਟ ਦੇ ਪਿੱਛੇ ਬੰਦਾ ਮਾਰ ਦਿੰਦੇ, ਹੁਣ ਤਾਂ ਮੋਦੀ ਨਾਲ ਸਾਡਾ ਪੰਗਾ ਪੈ ਗਿਆ, ਇਹ ਕਾਮਰੇਡਾਂ ਵੱਲੋਂ ਵੀ ਸਟੇਜ ਤੋਂ ਬੋਲੀਆਂ ਗਈਆਂ ਨੇ ਵੀ ਅਸੀਂ ਉਹ ਜੱਟ ਆ ਜਿਹੜੇ ਬੰਦਾ ਮਾਰ ਦਿੰਦੇ, ਭਰਾ ਨੂੰ ਭਰਾ ਮਾਰ ਦਿੰਦਾ ਜ਼ਮੀਨ ਦੇ ਪਿੱਛੇ, ਅੱਜ ਸਾਡੀਆਂ ਜ਼ਮੀਨਾਂ ਤੇ ਡਾਕਾ ਪੈਣ ਲੱਗਾ। ਔਰ ਤਕਰੀਰਾਂ, ਮੇਰੀ ਪ੍ਰੋਬਲਮ ਇਹ ਆ ਵੀ ਤਕਰੀਰਾਂ ਅਸੀਂ ਕੀ ਕਰਦੇ ਹਾਂ, ਸੋਚ ਸਾਡੀ ਕੀ ਆ। ਔਰ ਮੈਨੂੰ ਉਹ ਪਿੰਡ ਜ਼ਰੂਰ ਦੱਸਿਓ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ, ਮੈਂ ਉਹ ਪਿੰਡ ਨੂੰ ਪੂਰੀ ਕਵਰੇਜ ਕਰਕੇ ਲਿਆਉਂਗਾ ਜਿਹੜੇ ਮੈਂ ਤੁਹਾਨੂੰ ਸੁਣੋ। ਹਾਂਜੀ ਹਾਂਜੀ। ਕਿਰਤੀ ਪਾਰਟੀ ਦਾ ਇਤਿਹਾਸ ਪੜੋ, ਲਾਲ ਪਾਰਟੀ ਦਾ ਇਤਿਹਾਸ ਪੜੋ। ਜੀ ਜੀ ਜੀ। 784 ਪਿੰਡਾਂ ਦੇ ਵਿੱਚੋਂ ਜ਼ਗੀਰਦਾਰਾਂ ਨੂੰ ਉਜਾੜਿਆ ਗਿਆ। ਅੱਛਾ ਜੀ। ਤੇ ਲੱਖਾਂ ਯਾਨੀ ਕਿ ਕਿਸਾਨਾਂ ਨੂੰ ਜ਼ਮੀਨ ਦਿੱਤੀ ਗਈ ਹੈ। ਪਰ ਨਹੀਂ, ਮੈਂ ਤੁਹਾਨੂੰ ਉਹੀ ਦੇਖੋ, ਆਪਣੇ ਕੋਲ ਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਉਹ ਪਿੰਡ ਆ ਗਿਆ, ਜਿਹੜੇ ਪਿੰਡ ਦੀ ਤੁਸੀਂ ਮੈਨੂੰ ਗੱਲ ਕੀਤੀ ਹੈ ਨਾ, ਹੁਸ਼ਿਆਰਪੁਰ ਦੇ ਵਿੱਚ। ਆਪਾਂ ਉੱਥੋਂ ਜਾਨੀ ਇੱਕ ਉਹਦਾ ਨਮੂਨਾ ਦੇਖ ਸਕਦੇ ਹਾਂ, ਜੇ ਉੱਥੇ ਸਾਂਝੀ ਖੇਤੀ ਹੋ ਰਹੀ ਆ, ਰਾਈਟ। ਤੇ ਉਹ ਹੁਣ ਦੇਖੋ, ਮੈਂ ਵੀ ਆਪਣੀ ਪਾਰਦਰਸ਼ਤਾ ਦਿਖਾਉਣ ਦਾ ਮੇਰੇ ਤੋਂ ਵੀ ਇੱਕ ਮੌਕਾ ਮਿਲਿਆ, ਤੁਸੀਂ ਮੈਨੂੰ ਉਹ ਪਿੰਡ ਦਾ ਨਾਮ ਦੱਸ ਦਿਓ, ਮੈਂ ਉੱਥੇ ਵੀਡੀਓ ਕਵਰੇਜ ਕਰਾਉਣਾ, ਪੱਤਰਕਾਰ ਭੇਜ ਕੇ, ਹਨਾ। ਤੁਸੀਂ ਉਹਦਾ ਮੈਨੂੰ ਨਾਂ ਜ਼ਰੂਰ ਦੱਸ ਦਿਓ ਵੀ ਉਹ ਕਿਹੜਾ ਪਿੰਡ ਆ, ਫਿਰ ਉਹਦੀ ਕਵਰੇਜ ਮੈਂ ਕਰਵਾ ਕੇ ਤੇ ਉਹ ਨੈਟ ਤੇ ਪਾਉਣਾ। ਮੈਂ ਤੁਹਾਨੂੰ ਯਾਦ ਕਰਕੇ ਹੁਣੀ ਅੱਧੇ ਘੰਟੇ ਤੱਕ ਭੇਜ ਹਾਂ, ਤੁਸੀਂ ਮੈਨੂੰ ਮਾੜਾ ਜਿਹਾ ਭੇਜ ਦਿਓ, ਕਿਉਂਕਿ ਦੇਖੋ ਜੋ ਚੰਗੀ ਦੇਖੋ, ਮੈਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਦਾ ਭੇਜ ਸਕਦਾ। ਹਾਂ ਨਹੀਂ ਤੁਸੀਂ ਮੈਨੂੰ ਭੇਜਿਓ, ਉਹਦਾ ਆਪਾਂ ਘਰ ਭਰਤੀ ਜਿਹੜਾ ਹੈਗਾ, ਜਿਹੜੀ ਚੀਜ਼ ਚੰਗੀ ਦੇਖੋ ਭੇਜ ਸਕਦਾ, ਝਨੇੜੀ ਦਾ ਭੇਜ ਸਕਦਾ। ਹਾਂ ਨਹੀਂ ਕੋਈ ਗੱਲ ਨਹੀਂ, ਤੁਸੀਂ ਮੈਨੂੰ ਇਦਾਂ ਕਰਿਓ, ਜਿਹੜੇ ਵੀ ਪਿੰਡ ਦਾ ਤੁਹਾਨੂੰ ਲੱਗੂਗਾ ਵੀ ਆਹ ਨਮੂਨੇ ਦੇ ਤੌਰ ਤੇ ਆਪਾਂ ਨੂੰ ਲੋਕਾਂ ਨੂੰ ਦਿਖਾਉਣਾ ਚਾਹੀਦਾ, ਉਹੀ ਦੱਸ ਦਿਓ, ਆਪਾਂ ਉਹੀ ਦਿਖਾ ਲੈਣਾ। ਉਹ ਬਿਲਕੁਲ ਇਮਾਨਦਾਰੀ ਨਾਲ ਦਿਖਾ ਲੂੰਗਾ। ਤੁਸੀਂ ਆਪ ਕਹੋਗੇ ਵੀ ਮਲਕੀਤ ਸਿੰਘ ਨੇ ਜੋ ਕਿਹਾ ਸੀ ਉਹ ਕੀਤਾ, ਵੀ ਜੇ ਉਹਨੇ ਕਿਹਾ ਸੀ ਮੈਂ ਕਵਰੇਜ ਕਰੂੰਗਾ ਤਾਂ ਉਹਨੇ ਕੀਤੀ ਹੈ। ਜਿਹੜਾ ਵੀ ਪਿੰਡ ਦਾ ਤੁਹਾਨੂੰ ਲੱਗੂਗਾ ਨਾ ਵੀ ਆਹ ਪਿੰਡ ਜਿਹੜਾ ਇਹ ਇੱਕ ਨਮੂਨੇ ਦੇ ਤੌਰ ਤੇ ਆਪਾਂ ਪੇਸ਼ ਕਰ ਸਕਦੇ ਹਾਂ, ਤਾਂ ਬੜੀ ਚੰਗੀ ਗੱਲ ਹੈ, ਮੈਂ ਕਦੋਂ ਨਹੀਂ ਦਿਖਾਊਂਗਾ। ਮੈਂ ਕਈ ਮਿੱਤਰਾਂ ਨੂੰ ਕਿਹਾ, ਹਾਂਜੀ, ਮੈਂ ਨਾ, ਉਹ ਕਹਿੰਦੇ ਵੀ ਤੂੰ ਚੱਲ ਨਾਲ। ਹਾਂਜੀ, ਮੈਂ ਕਿਵੇਂ ਮੈਨੇਜ ਕਰਾਂਗਾ, ਕੌਣ ਕਹੂ, ਮੈਂ ਜਾਣਦਾ, ਕਿਉਂਕਿ ਮੈਂ ਕਿਸਾਨਾਂ 'ਚ ਕੰਮ ਨਹੀਂ ਕੀਤਾ ਜੀ, ਮੈਂ ਮਜ਼ਦੂਰਾਂ 'ਚ ਕੰਮ ਕੀਤਾ, ਮੈਂ ਵਿਦਿਆਰਥੀ ਲਹਿਰ 'ਚ ਕੰਮ ਕੀਤਾ, ਮੈਂ ਟ੍ਰੇਡ ਯੂਨੀਅਨ 'ਚ ਕੰਮ ਕੀਤਾ ਜੀ ਜੀ ਜੀ।